ਸਤਿ ਸ਼੍ਰੀ ਅਕਾਲ ਸਟੂਡੈਂਟਸ, ਵੈਲਕਮ ਟੂ ਫਤਿਹ ਐਡੂਕਾਮ। ਸੋ ਅੱਜ ਅਸੀਂ ਜਨਵਰੀ ਵੀਕ 3 ਦੇ ਕਰੰਟ ਅਫੇਅਰ ਸਟਾਰਟ ਕਰਦੇ ਹਾਂ, ਠੀਕ ਹੈ। ਲੇਕਿਨ ਇਹਨੂੰ ਮੈਂ 4 ਪਾਰਟਸ ਦੇ ਵਿੱਚ ਬਣਾਇਆ ਆ। 4 ਪਾਰਟਸ ਦੇ ਵਿੱਚ ਇਸ ਲਈ ਬਣਾਇਆ ਹੈ ਕਿਉਂਕਿ ਕਾਫੀ ਜ਼ਿਆਦਾ ਕੁਐਸਚਨਸ ਜਿਹੜੇ ਆ ਹੋ ਗਏ ਸੀਗੇ, ਰਾਈਟ। ਸੋ ਫਸਟ ਕੁਐਸਚਨ ਹੈ ਕਿ ਰੀਸੈਂਟਲੀ ਅ ਬਲਾਸਟ ਐਟ ਅ ਕੈਮੀਕਲ ਪਲਾਂਟ ਰਿਪੋਰਟਡ ਸਵੇਅਰ ਕੈਜੂਅਲਿਟੀਜ਼ ਇਨ। ਸੋ ਨਾਸਿਕ ਮਹਾਰਾਸ਼ਟਰ ਦੇ ਵਿੱਚ ਇਹ ਕੈਮੀਕਲ ਪਲਾਂਟ ਦੇ ਵਿੱਚ ਜਿਹੜਾ ਬਲਾਸਟ ਹੋਇਆ ਸੀਗਾ। ਸੋ ਇਹਦੇ ਨਾਲ ਰਿਲੇਟਿਡ ਇੱਕ ਕੁਐਸਚਨ ਆਉਂਦਾ ਹੁੰਦਾ ਹੈ, ਡਾਕਟਰਾਈਨ ਆਫ ਐਬਸੋਲਿਊਟ ਲਾਇਬਿਲਿਟੀ। ਸੋ ਡਾਕਟਰਾਈਨ ਆਫ ਐਬਸੋਲਿਊਟ ਲਾਇਬਿਲਿਟੀ ਜਿਹੜੀ ਹੈ ਇਹ ਓਲੀਅਮ ਗੈਸ ਲੀਕ ਕੇਸ ਹੋਇਆ ਸੀ 1986 ਦੇ ਵਿੱਚ। ਸੋ ਇਟ ਵਾਜ਼ ਪ੍ਰਪੋਂਡਡ ਇਨ MC ਮਹਿਤਾ ਵਰਸਸ ਯੂਨੀਅਨ ਆਫ ਇੰਡੀਆ ਕੇਸ, ਜਿਹਦੇ ਵਿੱਚ ਸੁਪਰੀਮ ਕੋਰਟ ਨੇ ਹੈਲਡ ਕੀਤਾ ਸੀ ਕਿ ਡਾਕਟਰਾਈਨ ਆਫ ਐਬਸੋਲਿਊਟ ਲਾਇਬਿਲਿਟੀ ਮਤਲਬ ਕਿ ਜਿੱਥੇ ਵੀ ਇਹ ਇੱਦਾਂ ਦਾ ਕੋਈ ਵੀ ਮਤਲਬ ਜਿਵੇਂ ਆ ਕੈਮੀਕਲ ਪਲਾਂਟ ਦੇ ਵਿੱਚ ਬਲਾਸਟ ਹੋਇਆ, ਸੋ ਇੱਦਾਂ ਦਾ ਕੁਛ ਵੀ ਇਹਦੇ ਨਾਲ ਕੈਜੂਅਲਿਟੀਜ਼ ਹੋਣਗੀਆਂ ਅਤੇ ਇਹ ਜ਼ਿੰਮੇਵਾਰੀ ਜਿਹੜੀ ਹੈ ਇਹ ਉਸੇ ਫਰਮ ਦੀ ਉਸੇ ਕੰਪਨੀ ਦੀ ਹੋਏਗੀ ਕਿ ਉਹ ਆਪਣੇ ਜਿਹੜੇ ਮਤਲਬ ਇੰਪਲੋਈਜ਼ ਦਾ ਨੁਕਸਾਨ ਹੋਇਆ ਆ ਉਹਨਾਂ ਦੀ ਪੂਰੀ ਭਰਪਾਈ ਕਰੇ, ਠੀਕ ਹੈ। ਨੈਕਸਟ ਹੈਗਾ, India assumed chairmanship of which multilateral export control regime for 1 year from January 1st, ਠੀਕ ਹੈ। ਸੋ ਇਹ ਵੈਜ਼ਨਰ ਐਗਰੀਮੈਂਟ ਹੋਇਆ ਸੀਗਾ। ਸੋ ਇਹਦਾ ਇੰਡੀਆ ਜਿਹੜਾ ਆ ਇਹਦਾ ਪਾਰਟ ਹੈਗਾ ਆ, ਮੈਂਬਰ ਹੈਗਾ ਆ, ਠੀਕ ਹੈ। ਸੋ ਇਹ ਮਲਟੀਲੇਟਰਲ ਐਕਸਪੋਰਟ ਕੰਟਰੋਲ ਰਜੀਮ ਕੀ ਹੈ, MECR ਵੀ ਜਿਹਨੂੰ ਆਪਾਂ ਬੋਲ ਦਿੰਦੇ ਹਾਂ। ਸੋ ਇਹਦੇ ਤਹਿਤ ਕੁਛ ਐਗਰੀਮੈਂਟਸ ਹੁੰਦੇ ਨੇ ਜਿਹਦੇ ਵਿੱਚ ਜਿਹੜੀਆਂ ਕੰਟਰੀਜ਼ ਨੇ ਉਹ ਇੱਕ ਦੂਜੇ ਨੂੰ ਜਿਵੇਂ ਮਿਜ਼ਾਈਲਸ ਵਗੈਰਾ ਐਕਸਪੋਰਟ ਕਰਨੀਆਂ, ਠੀਕ ਹੈ, ਵੈਪਨਸ ਐਕਸਪੋਰਟ ਕਰਨੇ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਆਉਂਦੀਆਂ ਨੇ, ਸੋ ਜਾਂ ਫਿਰ ਟੈਕਨੋਲੋਜੀ ਵੀ ਜਿਹੜੀ ਐਕਸਪੋਰਟ ਕੀਤੀ ਜਾਂਦੀ ਹੈ, ਸ਼ੇਅਰ ਕੀਤੀ ਜਾਂਦੀ ਹੈ। ਸੋ ਇਹਦੇ 'ਚ ਕੁਛ ਰਿਸਟ੍ਰਿਕਸ਼ਨਸ ਹੁੰਦੀਆਂ ਨੇ ਕਿ ਕੰਟਰੀ ਜਿਹੜੀ ਹੈ ਉਹ ਇਸ ਤਰ੍ਹਾਂ ਦੀਆਂ ਜਿਵੇਂ ਨਿਊਕਲੀਅਰ ਵੈਪਨਸ ਰਿਲੇਟਿਡ ਉਹ ਮਤਲਬ ਇਹੋ ਜਿਹੀਆਂ ਕੰਟਰੀਜ਼ ਨੂੰ ਜਿਹੜੀਆਂ ਨਾਨ ਸਟੇਟ ਹੁੰਦੀਆਂ ਨੇ, ਠੀਕ ਹੈ, ਉਹਨਾਂ ਨੂੰ ਨਹੀਂ ਭੇਜੇਗੀ, ਠੀਕ ਹੈ। ਜਿਹੜੀ ਹੁੰਦੀ ਹੈ ਆਪਣਾ ਪ੍ਰੋਲੀਫਰੇਸ਼ਨ ਨਹੀਂ ਹੋਊਗੀ, ਮਤਲਬ ਮਲਟੀਪਲੀਕੇਸ਼ਨ ਆਫ ਸੱਚ ਥਿੰਗਸ, ਲੀਕੇਜ ਨਹੀਂ ਹੋਊਗੀ ਟੈਕਨੋਲੋਜੀ ਦੀ ਕਿਸੇ ਹੋਰ ਨੂੰ, ਕਿ ਨਾਨ ਸਟੇਟ ਐਕਟਰਸ ਜਿਹੜੇ ਹੁੰਦੇ ਆ ਉਹਨਾਂ ਤੱਕ ਉਹ ਚੀਜ਼ ਪਹੁੰਚੇ ਜਿਹੜੇ ਨੁਕਸਾਨਦਾਇਕ ਹੋ ਸਕਦੀ ਹੈ, ਠੀਕ ਹੈ। ਸੋ ਮਲਟੀਲੇਟਰਲ ਐਕਸਪੋਰਟ ਕੰਟਰੋਲ ਰਜੀਮ ਜਿਹਦੇ ਵਿੱਚ ਇੰਡੀਆ ਮੈਂਬਰ ਹਜੇ ਤੱਕ ਨਹੀਂ ਹੈਗਾ, ਉਹ ਹੈਗਾ ਆ ਨਿਊਕਲੀਅਰ ਸਪਲਾਇਰ ਗਰੁੱਪ, ਠੀਕ ਹੈ। NSG ਦਾ ਇੰਡੀਆ ਕਰੰਟਲੀ ਮੈਂਬਰ ਨਹੀਂ ਆ। ਬਹੁਤ ਸਾਰੀਆਂ ਕੰਟਰੀਜ਼ ਇੰਡੀਆ ਨੂੰ ਜਿਹੜਾ ਸਪੋਰਟ ਵੀ ਕਰ ਰਹੀਆਂ ਕਿ ਇੰਡੀਆ ਦਾ ਮੈਂਬਰ ਬਣ ਜੇ, ਬਟ ਚਾਈਨਾ, ਤੁਹਾਨੂੰ ਪਤਾ ਚਾਈਨਾ ਜਿਹੜਾ ਆ ਉਹ UN ਦਾ ਪਰਮਾਨੈਂਟ ਮੈਂਬਰ ਆ। ਸੋ ਉਹ ਨਹੀਂ ਚਾਹੁੰਦਾ ਵੀ ਇੰਡੀਆ ਇਹਦਾ ਮੈਂਬਰ ਬਣੇ, ਠੀਕ ਹੈ। ਅਦਰਵਾਈਜ਼ ਇੰਡੀਆ ਜਿਹੜਾ ਆਸਟ੍ਰੇਲੀਆ ਗਰੁੱਪ ਦਾ ਵੀ ਮੈਂਬਰ ਹੈ, ਮਿਜ਼ਾਈਲ ਟੈਕਨੋਲੋਜੀ ਕੰਟਰੋਲ ਰਜੀਮ ਦਾ ਵੀ ਮੈਂਬਰ ਹੈ ਅਤੇ ਵਾਜ਼ਨਰ ਐਗਰੀਮੈਂਟ ਦਾ ਵੀ ਮੈਂਬਰ ਆ, ਠੀਕ ਹੈ। ਵਾਜ਼ਨਰ ਐਗਰੀਮੈਂਟ ਦਾ ਜਿਹੜਾ ਚਾਈਨਾ ਮੈਂਬਰ ਨਹੀਂ ਹੈਗਾ, ਠੀਕ ਆ। ਨੈਕਸਟ ਆ, ਇੰਡੀਆ ਨੇ ਵਾਜ਼ਨਰ ਐਗਰੀਮੈਂਟ ਜਿਹੜਾ 2017 ਦੇ ਵਿੱਚ ਜੁਆਇਨ ਕੀਤਾ ਸੀ। ਇਹਦੇ ਹੈੱਡਕੁਆਟਰਸ ਜਿਹੜੇ ਨੇ ਉਹ ਆਸਟਰੀਆ ਵੀਅਨਾ ਆਸਟਰੀਆ ਦੇ ਵਿੱਚ ਨੇ। ਆਸਟਰੀਆ ਦੀ ਜਿਹੜੀ ਕੈਪੀਟਲ ਹੈ ਵੀਅਨਾ, ਉੱਥੇ। ਸੋ ਵਿਚ ਅਮੰਗ ਦਾ ਫੋਲੋਇੰਗ ਇਜ਼ ਟਰੂ ਅਬਾਊਟ ਮਲਟੀਲੇਟਰਲ ਐਕਸਪੋਰਟ ਕੰਟਰੋਲ ਰਜੀਮ। ਸੋ ਇਹਦੇ ਵਿੱਚ ਇਹਦੇ ਬਾਰੇ ਹੈਗਾ ਆ ਮਲਟੀਲੇਟਰ ਜਿਹੜਾ ਮੈਂ ਹੁਣੇ ਤੁਹਾਨੂੰ ਦੱਸ ਰਹੀ ਸੀ MECR ਕੀ ਹੁੰਦਾ ਹੈ। ਸੋ ਇਹ ਵੋਲੰਟਰੀ ਅਤੇ ਨੋਨ ਬਾਈਂਡਿੰਗ ਐਗਰੀਮੈਂਟ ਹੈ ਸਭ ਤੋਂ ਪਹਿਲਾਂ, ਠੀਕ ਹੈ। ਇਹ ਕਿਸੇ ਦੇ ਉੱਤੇ ਬਾਈਂਡਿੰਗ ਨਹੀਂ ਹੁੰਦੀਆਂ ਇਹਦੀਆਂ ਜੋ ਵੀ ਮਤਲਬ ਪ੍ਰੋਵੀਜ਼ਨਸ ਹੁੰਦੀਆਂ ਨੇ। ਸੋ ਇਹਦੇ ਵਿੱਚ ਕੀ ਹੈ, ਏਮਸ ਟੂ ਪ੍ਰੀਵੈਂਟ ਪ੍ਰੋਲੀਫਰੇਸ਼ਨ ਆਫ ਵੈਪਨਸ ਆਫ ਮਾਸ ਡਿਸਟਰਕਸ਼ਨ, ਠੀਕ ਹੈ। ਵੈਪਨਸ ਆਫ ਮਾਸ ਡਿਸਟਰਕਸ਼ਨ ਮਤਲਬ ਕਿ ਜਿਹੜਾ ਬਹੁਤ ਹੀ ਜ਼ਿਆਦਾ ਨੁਕਸਾਨ ਪਹੁੰਚਾਏ, ਜਿਵੇਂ ਨਿਊਕਲੀਅਰ ਵੈਪਨਸ ਵਗੈਰਾ ਹੁੰਦੇ ਨੇ, ਠੀਕ ਹੈ। ਨਿਊਕਲੀਅਰ, ਰੇਡੀਓਲੋਜੀਕਲ, ਕੈਮੀਕਲ, ਬਾਇਓਲੋਜੀਕਲ ਵੈਪਨ, ਠੀਕ ਹੈ। ਜਿਵੇਂ ਮੰਨ ਲਓ ਕਹਿ ਰਹੇ ਸੀ ਵੀ ਕੋਵਿਡ ਜਿਹੜਾ ਆਇਆ ਸੀ ਉਹ ਵੀ ਇੱਕ ਤਰ੍ਹਾਂ ਦਾ ਚਾਈਨਾ ਨੇ ਬਾਇਓਲੋਜੀਕਲ ਵੈਪਨ ਕੱਢਿਆ ਸੀਗਾ, ਰਾਈਟ। ਸੋ ਇੱਦਾਂ ਦੇ ਬਾਇਓਲੋਜੀਕਲ ਵੈਪਨਸ ਹੁੰਦੇ ਨੇ ਜਿਹੜਾ ਬਿਮਾਰੀਆਂ ਇਹੋ ਜਿਹੀਆਂ ਲਾ ਦੇਣ, ਨਰਵ ਏਜੈਂਟਸ ਵਗੈਰਾ ਉਹ ਵੀ ਹੈ ਨਾ ਅਟੈਕ ਕਰਦੇ ਨੇ। ਤਾਂ ਈਰਾਨ ਇਰਾਕ ਵਾਰ ਦੇ ਵਿੱਚ ਹੋਇਆ ਸੀਗਾ। ਸੋ ਵੈਪਨਸ ਆਫ ਮਾਸ ਡਿਸਟਰਕਸ਼ਨ ਦੀ ਪ੍ਰੋਲੀਫਰੇਸ਼ਨ ਨਾ ਹੋਵੇ। ਦੈਨ ਉਸ ਤੋਂ ਬਾਅਦ ਹੈਗਾ ਵਾਜ਼ਨਰ ਐਗਰੀਮੈਂਟ ਇਜ਼ ਅ 42 ਮੈਂਬਰ, ਠੀਕ ਹੈ। ਇਹਦੇ ਵਿੱਚ 42 ਮੈਂਬਰ ਕੰਟਰੀਜ਼ ਨੇ। ਵੋਲੰਟਰੀ ਹੈ ਇਹ, ਨੋਨ ਬਾਈਂਡਿੰਗ ਅਤੇ ਵੋਲੰਟਰੀ ਹੈ MECR ਮਲਟੀਲੇਟਰਲ ਐਕਸਪੋਰਟ ਕੰਟਰੋਲ ਰਜੀਮ। ਸੋ ਆਲ ਆਫ ਦੀ ਅਬਵ ਆਰ ਕਰੈਕਟ। ਨੈਕਸਟ ਹੈਗਾ ਰੂਲ ਆਫ ਲਾਅ ਇੰਡੈਕਸ ਇਨ ਵਿਚ ਇੰਡੀਆ ਵਾਜ਼ ਪਲੇਸਡ। ਸੋ ਇਹ ਯਾਦ ਰੱਖਿਓ ਕਿ ਇੰਡੀਆ ਦਾ ਰੈਂਕ ਜਿਹੜਾ 77 ਸੀਗਾ 140 ਕੰਟਰੀਜ਼ ਦੇ ਵਿੱਚ। ਇਹ ਵਰਲਡ ਜਸਟਿਸ ਪ੍ਰੋਜੈਕਟ ਜਿਹੜਾ ਆ ਇਹਨੂੰ ਰਿਲੀਜ਼ ਕਰਦਾ ਆ ਰੂਲ ਆਫ ਲਾਅ ਇੰਡੈਕਸ ਨੂੰ। ਸੋ ਇਹ ਸਿਵਲ ਸੁਸਾਇਟੀ ਬੇਸਡ ਗਰੁੱਪ ਆ USA ਦੀ। ਨੈਕਸਟ ਹੈ, ਵਿਦ ਐਨ ਏਮ ਟੂ ਫਾਈਨਾਂਸ ਇਨਫਰਾਸਟਰਕਚਰ ਡਿਵੈਲਪਮੈਂਟ ਇਨ ਪ੍ਰੀਮੀਅਰ educational institution through long term loans, higher education financing agency is a joint venture
ਬਿਟਵੀਨ। ਸੋ ਹੀਫਾ ਜਿਹੜੀ ਹੈ ਹਾਇਰ ਐਜੂਕੇਸ਼ਨ ਫਾਈਨੈਂਸਿੰਗ ਏਜੰਸੀ, ਇਹਦਾ ਕੰਮ ਕੀ ਹੁੰਦਾ ਆ ਕਿ ਜਿਹੜੇ ਐਜੂਕੇਸ਼ਨਲ ਇੰਸਟੀਟਿਊਸ਼ਨਸ ਨੇ ਉਹਦੇ ਵਿੱਚ ਜੋ ਵੀ ਇਨਫਰਾਸਟਰਕਚਰ ਡਿਵੈਲਪਮੈਂਟ ਵਗੈਰਾ ਹੁੰਦੀ ਨੇ, ਠੀਕ ਹੈ, ਸੋ ਉਹਨਾਂ ਨੂੰ ਜਿਹੜਾ ਆ ਬੜਾਵਾ ਦਿੱਤਾ ਜਾਏ, ਫੰਡਸ ਉਹਦੇ ਵਿੱਚ ਇਨਵੈਸਟ ਕੀਤੇ ਜਾਣ। ਸੋ ਉਹਦੇ ਲਈ ਯੂਨੀਅਨ ਮਿਨਿਸਟਰੀ ਆਫ ਐਜੂਕੇਸ਼ਨ ਅਤੇ ਕੈਨਰਾ ਬੈਂਕ ਨੇ ਆਪਸ ਦੇ ਵਿੱਚ ਜੁਆਇੰਟ ਵੈਂਚਰ ਕੀਤਾ ਸੀਗਾ। ਸੋ ਇਹਦੇ ਬਾਰੇ ਕੁਛ ਚੀਜ਼ਾਂ ਆ ਜਿਹੜੀਆਂ ਤੁਹਾਨੂੰ ਯਾਦ ਰੱਖਣੀਆਂ ਨੇ, ਪੁਆਇੰਟਸ ਨੇ ਕਿ ਇਟ ਵਾਜ਼ ਸੈਟ ਅਪ ਐਜ਼ ਅ ਨੋਨ ਪ੍ਰੋਫਿਟ NBFC, ਠੀਕ ਹੈ। NBFC ਮਤਲਬ ਨੋਨ ਬੈਂਕਿੰਗ ਫਾਈਨਾਂਸ ਕੰਪਨੀ। ਆਪਾਂ ਇਕਨੋਮਿਕਸ ਦੇ ਵਿੱਚ ਪੜ੍ਹਿਆ ਸੀਗਾ ਇਹਨਾਂ ਬਾਰੇ ਵੀ, ਇਹਨਾਂ ਦਾ ਕੀ ਪਰਪਸ ਹੁੰਦਾ ਆ। ਨੈਕਸਟ, ਗਵਰਨਮੈਂਟ ਹੈਡ ਐਕਸਪੈਂਡਡ ਸਕੋਪ ਆਫ ਹੀਫਾ ਇਨ 2018 ਅੰਡਰ ਰੀਵਾਈਟਲਾਈਜ਼ਿੰਗ ਇਹ ਰਾਈਜ਼ ਇਨੀਸ਼ੀਏਟਿਵ ਆਇਆ ਸੀ, ਜਿਹਦੇ ਵਿੱਚ ਗਵਰਨਮੈਂਟ ਨੇ ਇਹਨੂੰ ਹੋਰ ਵੀ ਜ਼ਿਆਦਾ ਜਿਹੜੀਆਂ ਫੈਸਿਲਿਟੀਜ਼ ਦਿੱਤੀਆਂ ਸੀਗੀਆਂ। ਰੀਵਾਈਟਲਾਈਜ਼ਿੰਗ ਇਨਫਰਾਸਟਰਕਚਰ ਐਂਡ ਸਿਸਟਮਸ ਇਨ ਐਜੂਕੇਸ਼ਨ ਬਾਈ 2022 ਇਨੀਸ਼ੀਏਟਿਵ। ਇਹ ਨੋਡਲ ਬੋਡੀ ਹੈਗੀ ਆ ਇਨਫਰਾਸਟਰਕਚਰ ਫਾਈਨਾਂਸਿੰਗ ਦੀ, ਜੇਕਰ ਆਪਾਂ ਐਜੂਕੇਸ਼ਨ ਸੈਕਟਰ ਦੇ ਵਿੱਚ ਦੇਖੀਏ ਤੇ। ਸੋ ਆਲ ਆਰ ਟੂ। ਨੈਕਸਟ ਹੈਗਾ ਸਪੀਅਰ ਫਿਸ਼ਿੰਗ। ਸਪੀਅਰ ਫਿਸ਼ਿੰਗ ਰੀਸੈਂਟਲੀ ਨਿਊਜ਼ ਦੇ ਵਿੱਚ ਸੀਗਾ। ਇਹ ਕੀ ਹੁੰਦਾ ਆ? ਇਟ ਇਜ਼ ਐਨ ਈਮੇਲ ਔਰ ਇਲੈਕਟ੍ਰੋਨਿਕ ਕਮਿਊਨੀਕੇਸ਼ਨ ਸਕੈਮ ਟਾਰਗੇਟਿਡ ਟੁਆਰਡਸ ਅ ਸਪੈਸੀਫਿਕ ਇੰਡੀਵਿਜੂਅਲ ਆਰਗੇਨਾਈਜੇਸ਼ਨ ਔਰ ਬਿਜ਼ਨਸ। ਇਹਦੇ ਵਿੱਚ ਤੁਹਾਨੂੰ ਮੇਲਸ ਜਿਹੜੀਆਂ ਇੱਦਾਂ ਦੀਆਂ ਆਉਣਗੀਆਂ, ਤੁਹਾਨੂੰ ਲੱਗੇਗਾ ਵੀ ਤੁਹਾਡਾ ਕੋਈ ਆਪਣਾ ਹੀ ਨੋਨ ਬੰਦਾ ਹੈ ਜਿਹੜਾ ਤੁਹਾਨੂੰ ਮਤਲਬ ਇਨਫੋਰਮੇਸ਼ਨ ਤੁਹਾਡੀ ਪੁੱਛ ਰਿਹਾ, ਠੀਕ ਹੈ, ਅਤੇ ਬੰਦਾ ਆਪਣੀ ਇਨਫੋਰਮੇਸ਼ਨ ਸ਼ੇਅਰ ਕਰ ਸਕਦਾ ਆ। ਸੋ ਇਹ ਸਪੀਅਰ ਫਿਸ਼ਿੰਗ ਹੁੰਦੀ ਆ। ਨੈਕਸਟ ਹੈ ਗਵਰਨਮੈਂਟ ਡੀਮੋਨੀਟਾਈਜ਼ਡ 1000। ਇਹ ਜਿੱਦਾਂ ਮਤਲਬ ਹੁਣ ਡੀਮੋਨੀਟਾਈਜੇਸ਼ਨ ਹੋਈ ਸੀ ਰੀਸੈਂਟਲੀ, ਸੁਪਰੀਮ ਕੋਰਟ ਨੇ ਉਹਨੂੰ ਜਿਹੜਾ ਵਾ 4:1 ਦੀ ਰੇਸ਼ੋ ਦੇ ਨਾਲ ਜਿਹੜਾ 5 ਬੈਂਚ ਹੋਏ ਸੀਗੇ, ਉਹਨਾਂ ਦਾ ਡਿਸੀਜਨ ਜਿਹੜਾ ਉਹਨਾਂ ਨੇ ਇਹਨੂੰ ਬਿਲਕੁਲ ਵੈਲਿਡ ਡਿਕਲੇਅਰ ਕੀਤਾ ਸੀ ਡੀਮੋਨੀਟਾਈਜੇਸ਼ਨ ਨੂੰ। ਸੋ ਇਸ ਤੋਂ ਪਹਿਲਾਂ 1978 ਦੇ ਵਿੱਚ ਤੁਸੀਂ ਉਹ ਮੂਵੀ ਦੇਖੀ ਹੋਏਗੀ, ਪੰਜਾਬੀ ਮੂਵੀ ਆਈ ਸੀ ਨਾ, ਗੋਲਕ ਬੁਗਨੀ ਬੈਂਕ ਤੇ ਬਟੂਆ। ਉਹਦੇ ਵਿੱਚ ਦਿਖਾਇਆ ਹੈ, ਉਹਦੇ ਵਿੱਚ ਦੋ ਪੈਰਲਲ ਸਟੋਰੀਜ਼ ਚੱਲਦੀਆਂ ਨੇ। ਇੱਕ ਪੁਰਾਣੀ ਚੱਲਣ ਦੀ ਹੈ ਜਿਹਦੇ ਵਿੱਚ ਉਹ ਅਮਰਿੰਦਰ ਗਿੱਲ ਪਲੇਅ ਕਰਦਾ, ਅਤੇ ਇੱਕ ਨਵੀਂ ਜਿਹਦੇ ਵਿੱਚ ਉਹ ਹਰੀਸ਼ ਕੀ ਉਹਦਾ ਨਾਮ ਹੈ, ਨਵਾਂ ਜਿਹੜਾ ਐਕਟਰ ਹੈਗਾ ਉਹ ਪਲੇਅ ਕਰਦਾ ਹੈ ਨਾ। ਸੋ ਉਹ 1978 ਦੀ ਦੱਸੀ ਹੋਈ ਆ ਉਹਦੇ ਵਿੱਚ। ਉਦੋਂ ਹੋਈ ਸੀ ਡੀਮੋਨੀਟਾਈਜੇਸ਼ਨ। ਉਦੋਂ 1000 ਦਾ ਉਹ ਵਿਚਾਰਾ ਇੰਨੀ ਮਿਹਨਤ ਕਰਕੇ ਕਿੰਨੇ ਦਿਨਾਂ ਬਾਅਦ 1000 ਦਾ ਨੋਟ ਲੈ ਕੇ ਆਉਂਦਾ, ਸਾਰੇ ਪਿੰਡ ਵਾਲੇ ਹੱਸਦੇ ਆ ਬਾਅਦ 'ਚ ਵੀ ਇਹਦੀ ਤਾਂ ਕੋਈ ਵੈਲਿਊ ਨਹੀਂ ਰਹੀ। ਅਤੇ ਉਹ 1000 ਦਾ 5000 ਦਾ ਵੀ ਨੋਟ ਹੁੰਦਾ ਸੀ, ਉਦੋਂ 10000 ਦਾ ਵੀ ਨੋਟ ਹੁੰਦਾ ਸੀਗਾ, ਠੀਕ ਹੈ। ਸੋ ਉਹਨੂੰ ਡੀਮੋਨੀਟਾਈਜੇਸ਼ਨ ਬੈਂਕ ਨੋਟ ਐਕਟ ਆਇਆ ਸੀਗਾ, ਉਹਦੇ ਤਹਿਤ ਉਹਨੂੰ ਮਤਲਬ ਕੀਤਾ ਗਿਆ ਸੀਗਾ ਡੀਮੋਨੀਟਾਈਜ਼, ਠੀਕ ਹੈ, ਇਹਨਾਂ ਨੋਟਸ ਨੂੰ। ਸੋ ਇਹ ਮਤਲਬ ਹੁਣ ਤਾਂ ਇਹਨਾਂ ਨੇ 52 ਡੇਜ਼ ਦਿੱਤੇ ਸੀਗੇ ਇਸ ਵਾਰੀ ਜਦੋਂ ਡੀਮੋਨੀਟਾਈਜੇਸ਼ਨ ਹੋਈ ਹੈ ਆਪਣੇ ਨੋਟਸ ਚੇਂਜ ਕਰਾਉਣ ਲਈ। ਸੋ ਉਦੋਂ ਸਿਰਫ ਉਹਨਾਂ ਨੇ 3 ਡੇਜ਼ ਦਿੱਤੇ ਸੀ ਪਹਿਲਾਂ, ਵੀ 3 ਦਿਨਾਂ ਦੇ ਵਿੱਚ ਸਾਰੇ ਚੇਂਜ ਕਰਾ ਲਓ। ਉਸ ਤੋਂ ਬਾਅਦ ਇਹਨੂੰ ਐਕਸਟੈਂਡ ਕਰਕੇ 5 ਦਿਨਾਂ ਤੱਕ ਦਾ ਟਾਈਮ ਦੇ ਦਿੱਤਾ, ਟੋਟਲ 8 ਦਿਨਾਂ ਦਾ ਟਾਈਮ ਦਿੱਤਾ ਸੀ ਸਿਰਫ, ਠੀਕ ਹੈ। ਨੈਕਸਟ ਹੈਗਾ ਨੈਸ਼ਨਲ ਕਮਿਸ਼ਨ ਫॉर ਸ਼ਡਿਊਲਡ ਟ੍ਰਾਈਬਸ ਇਜ਼ ਅ ਕੌਂਸਟੀਟਿਊਸ਼ਨਲ ਬੋਡੀ ਅੰਡਰ। ਸੋ ਇਹ 338A ਆਰਟੀਕਲ ਦੇ ਅੰਡਰ ਜਿਹੜੀ ਬੋਡੀ ਕੌਂਸਟੀਟਿਊਟ ਕੀਤੀ ਗਈ ਸੀਗੀ। ਸੋ ਨੈਸ਼ਨਲ ਕਮਿਸ਼ਨ ਫॉर ਸ਼ਡਿਊਲਡ ਟ੍ਰਾਈਬਸ, ਇਹਦੇ ਇੱਕ ਚੇਅਰਪਰਸਨ ਹੁੰਦਾ, ਇੱਕ ਵਾਈਸ ਚੇਅਰਪਰਸਨ ਹੁੰਦਾ, ਅਤੇ 3 ਹੋਰ ਮੈਂਬਰਸ ਹੁੰਦੇ ਨੇ ਜਿਨ੍ਹਾਂ ਨੂੰ ਪ੍ਰੈਜ਼ੀਡੈਂਟ ਅਪੁਆਇੰਟ ਕਰਦਾ। ਨੈਕਸਟ ਹੈ ਸਮਾਰਟ। ਸਮਾਰਟ ਕੀ ਹੈ? ਇਟਸ ਸਕੋਪ ਫॉर ਮੇਨ ਸਟ੍ਰੀਮਿੰਗ ਆਯੁਰਵੇਦਾ ਰਿਸਰਚ ਇਨ ਟੀਚਿੰਗ ਐਂਡ ਪ੍ਰੋਫੈਸ਼ਨਸ। ਇਹ ਤਾਂ ਮੈਂ ਵੈਸੇ ਲਿਖਿਆ ਜੇ ਪੇਪਰ 'ਚ ਆ ਜੇ ਮੰਨ ਲਓ ਸਮਾਰਟ ਇਨੀਸ਼ੀਏਟਿਵ ਜਾਂ ਸਮਾਰਟ ਪ੍ਰੋਗਰਾਮ ਕੀ ਹੈ, ਅਤੇ ਤੁਹਾਨੂੰ ਪਤਾ ਹੋਣਾ ਚਾਹੀਦਾ ਵੀ ਇਹ ਆਯੁਰਵੇਦਾ ਰਿਸਰਚ ਦੇ ਨਾਲ ਰਿਲੇਟਡ ਹੈ, ਰਾਈਟ। ਸੋ ਇਹ ਕਿੰਨੇ ਲਾਂਚ ਕੀਤਾ ਸੀਗਾ? ਨੈਸ਼ਨਲ ਕਮਿਸ਼ਨ ਫॉर ਇੰਡੀਅਨ ਸਿਸਟਮ ਆਫ ਮੈਡੀਸਿਨ ਅਤੇ ਸੈਂਟਰਲ ਕਾਉਂਸਲ ਫॉर ਰਿਸਰਚ ਇਨ ਆਯੁਰਵੈਦਿਕ ਸਾਇੰਸਿਸ। ਸੈਂਟਰਲ ਕਾਉਂਸਲ ਫॉर ਰਿਸਰਚ ਇਨ ਆਯੁਰਵੈਦਿਕ ਸਾਇੰਸਿਸ ਜਿਹੜੀ ਹੈ ਮਿਨਿਸਟਰੀ ਆਫ ਆਯੂਸ਼ ਦੇ ਨਾਲ ਰਿਲੇਟਡ ਜਿਹੜੀ ਹੈ ਬੋਡੀ ਹੈ। ਸੋ ਆਲ ਆਫ ਦੀ ਅਬਵ। ਨੈਕਸਟ ਹੈ ਵਿਚ ਸਟੇਟ ਰਿਕਾਰਡਡ 0 ਪੋਚਿੰਗ ਆਫ ਰਾਈਨੋਜ਼ ਫॉर the first time in nearly 45 years in 2022। ਸੋ ਰਾਈਨੋਜ਼ ਦੀ ਪੋਚਿੰਗ ਤੁਹਾਨੂੰ ਪਤਾ ਬਹੁਤ ਹੁੰਦੀ ਹੈ ਅਸਾਮ ਦੇ ਵਿੱਚ। ਸੋ ਇਹ 2022 ਦੇ ਵਿੱਚ ਮਤਲਬ ਐਜ਼ ਪਰ ਦੀ ਰਿਕਾਰਡਸ ਇਹ ਨਹੀਂ ਹੋਈ ਹੈ। ਨੈਕਸਟ ਹੈ ਵਿਚ ਅਮੰਗ ਦਾ ਫੋਲੋਇੰਗ ਸਪੀਸ਼ੀਜ਼ ਆਫ ਰਾਈਨੋਜ਼ ਇਜ਼ ਲਿਸਟਡ ਕ੍ਰਿਟੀਕਲੀ ਐਂਡੇਂਜਰਡ। ਸੋ ਉਹ ਟੋਟਲ ਜਿਹੜੀਆਂ 5 ਸਪੀਸ਼ੀਜ਼ ਨੇ ਰਾਈਨੋਜ਼ ਦੀਆਂ, ਜਿਹਦੇ ਵਿੱਚੋਂ 3 ਜਿਹੜੀਆਂ ਨੇ ਉਹ ਕ੍ਰਿਟੀਕਲੀ ਐਂਡੇਂਜਰਡ ਨੇ। ਸੁਮਤਰਨ ਰਾਈਨੋ, ਜਾਵਨ ਰਾਈਨੋ ਮਤਲਬ ਜਾਵਾ ਇੰਡੋਨੇਸ਼ੀਆ ਦੇ ਵਿੱਚ, ਅਤੇ ਸੁਮਾਤਰਾ ਦੇ ਜਿਹੜਾ ਹੈਗਾ ਆਈਲੈਂਡਸ ਉੱਥੇ ਪਾਇਆ ਜਾਂਦਾ, ਅਤੇ ਬਲੈਕ ਰਾਈਨੋ ਜਿਹੜਾ ਆ ਇਹ ਅਫਰੀਕਾ ਦੇ ਵਿੱਚ ਪਾਇਆ ਜਾਂਦਾ। ਸੋ ਇਸ ਤੋਂ ਇਲਾਵਾ ਇੱਕ ਵਾਈਟ ਰਾਈਨੋ ਹੁੰਦਾ ਆ। ਵਾਈਟ ਰਾਈਨੋ ਜਿਹੜਾ ਆ ਇਹ ਨੀਅਰ ਥ੍ਰੈਟਨਡ ਹੈ। ਜਿਹੜੇ ਉੱਪਰ ਆਪਾਂ ਕੀਤੇ ਤਿੰਨੇ ਬਲੈਕ, ਸੁਮਤਰਨ ਅਤੇ ਜਾਵਨ ਉਹ ਕ੍ਰਿਟੀਕਲੀ ਐਂਡੇਂਜਰਡ ਹੈ। ਜਿਹੜਾ ਵਾਈਟ ਰਾਈਨੋ ਹੈ ਉਹ ਨੀਅਰ ਥ੍ਰੈਟਨਡ ਹੈ, ਅਤੇ ਜਿਹੜਾ ਤੁਹਾਡੇ ਐਗਜ਼ਾਮਸ ਦੇ ਵਿੱਚ ਜ਼ਿਆਦਾ ਆਉਂਦਾ ਗ੍ਰੇਟਰ 1 ਹੌਰਨਡ ਰਾਈਨੋ ਉਹ ਵਲਨਰੇਬਲ ਆ, ਠੀਕ ਹੈ। ਸੋ ਇਹ ਬਹੁਤ ਇੰਪੋਰਟੈਂਟ, ਇਹਨੂੰ ਯਾਦ ਰੱਖਿਓ। ਸੋ ਰਾਈਨੋਜ਼ ਦੇ ਜਿਹੜੇ ਹੌਰਨਸ ਹੁੰਦੇ ਨੇ ਇਹਨਾਂ ਦੇ ਵਿੱਚ ਜਿਹੜੀ ਪ੍ਰੋਟੀਨ ਹੁੰਦੀ ਹੈ ਕੈਰਾਟਿਨ ਹੁੰਦੀ ਹੈ, ਠੀਕ ਹੈ। ਅੱਜ ਕੱਲ੍ਹ ਕੁੜੀਆਂ ਕੈਰਾਟਿਨ ਕਰਵਾਉਂਦੀਆਂ ਨੇ। ਸੋ ਕੈਰਾਟਿਨ ਜਿਹੜੀ ਹੈ ਸਾਡੇ ਵਾਲਾਂ ਨੂੰ ਸਮੂਥ ਅਤੇ ਸਟਰੇਟ ਬਣਾਉਂਦੀ ਹੈ, ਸਟਰੇਟ ਲੁੱਕ ਦਿੰਦੀ ਆ। ਨੈਕਸਟ ਹੈ 9th ਵਰਲਡ ਆਯੁਰਵੇਦਾ ਕਾਂਗਰਸ। ਇਹ ਗੋਆ ਦੇ ਵਿੱਚ ਹੋਈ ਸੀਗੀ।
ठीक है। रिपोर्टेडली रिच इन मिनरल वैल्थ, कोटिया इज़ अ टैरीटरी क्लेम बाय, सो ये डिस्प्यूटेड टैरीटरी है उड़ीसा ते आंध्रा प्रदेश दे विच, आपां पहला भी कीता है क्वेश्चन। नैक्सट है अर्बन फॉरेस्ट्री एंड अर्बन ग्रीनिंग इन ड्राईलैंड्स, ये रिपोर्ट रिलीज़ की है फूड एंड एग्रीकल्चर ऑर्गेनाइजेशन ने। सो ग्रीन सिटीज़ इनीशिएटिव 2020 ਦੇ ਵਿੱਚ ਲਾਂਚ ਕੀਤਾ ਗਿਆ ਸੀਗਾ ਕਿ ਜਿਹੜੇ ਅਰਬਨ ਤੇ ਪੈਰੀ ਅਰਬਨ ਜਾਂ ਸੈਮੀ ਅਰਬਨ ਦੇ ਵਿੱਚ ਲੋਕੀ ਰਹਿੰਦੇ ਜਿੱਥੇ ਐਟਲੀਸਟ, ठीक है, पूरियां मतलब अगर वर्ल्ड ਦੇ ਵਿੱਚ 100 ਸਿਟੀਜ਼ ਦੇ ਵਿੱਚ ਨੈਕਸਟ 3 ਈਅਰਸ ਲਈ ਇਹ ਇੰਪਰੂਵ ਕਰਨਾ ਹੈ ਲਾਈਵਲੀਹੁੱਡ। ਸੋ ਇਹ ਗ੍ਰੀਨ ਸਿਟੀ ਇਨੀਸ਼ੀਏਟਿਵ ਜਿਹੜਾ ਲਾਂਚ ਕੀਤਾ ਗਿਆ ਸੀ ਫੂਡ ਐਂਡ ਐਗਰੀਕਲਚਰ ਆਰਗੇਨਾਈਜੇਸ਼ਨ ਦੇ ਵੱਲੋਂ। ਨੈਕਸਟ ਹੈ ਵਿਚ ਅਮੰਗ ਦ ਫੋਲੋਇੰਗ ਇਜ਼ ਟਰੂ ਅਬਾਊਟ ਇੰਟਰਨੈਸ਼ਨਲ ਕੋਰਟ ਆਫ ਜਸਟਿਸ। ਸੋ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਜਿਹੜੀ ਹੈ UN ਦੀ ਹੀ ਬੋਡੀ ਹੈ, ਇਹਦੇ ਵਿੱਚ ਜਿਹੜੇ ਆ 15 ਜੱਜਿਸ ਹੁੰਦੇ ਨੇ ਔਰ ਜਿਹੜੀ ਜਜਮੈਂਟ ਇਹ ਡਿਲੀਵਰ ਕਰਦਾ ਆ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਇਹ ਸਟੇਟਸ ਦੇ ਵਿੱਚ ਹੁੰਦੀ ਹੈ, ਜਿੱਦਾਂ ਕੋਈ ਡਿਸਪਿਊਟ ਹੋਵੇ ਕੰਟਰੀਜ਼ ਡਿਫਰੈਂਟ ਦੇ ਵਿੱਚ, ਸੋ ਇਹ ਬਾਈਂਡਿੰਗ ਹੁੰਦਾ ਆ, ਠੀਕ ਹੈ, ਪਾਰਟੀਜ਼ ਦੇ ਵਿੱਚ ਉੱਤੇ। ਨੈਕਸਟ ਹੈ ਇਨ 1967 6-day ਵਾਰ ਸਟਾਰਟਡ ਬਿਟਵੀਨ, ਸੋ ਅਰਬਸ ਅਤੇ ਇਜ਼ਰਾਈਲ ਦੇ ਵਿੱਚ ਇਹ ਵਾਰ ਹੋਈ ਸੀਗੀ, ਅਰਬ ਕੰਟਰੀਜ਼ ਦੇ ਵਿੱਚ ਅਤੇ ਇਜ਼ਰਾਈਲ ਦੇ ਵਿੱਚ। ਸੋ ਪੈਲਸਤੀਨ 1947 ਦੇ ਵਿੱਚ ਜਿਹੜਾ ਆ ਉਹ ਪੈਲਸਤੀਨ ਨੂੰ ਡਿਵਾਈਡ ਕਰਕੇ ਜਿਹੜਾ ਆ ਅਰਬ ਕੰਟਰੀਜ਼ ਦੇ ਵਿੱਚ ਅਤੇ ਜਿਊਜ਼ ਦੇ ਵਿੱਚ ਡਿਵਾਈਡ ਕੀਤਾ ਗਿਆ ਸੀ। 1948 ਦੇ ਵਿੱਚ ਇਜ਼ਰਾਈਲ ਜਿਹੜੀ ਆ ਉਹ ਇੰਡੀਪੈਂਡੈਂਟ ਸਟੇਟ ਬਣੀ ਸੀਗੀ, ਜਿੱਤੋਂ ਅਰਬਸ ਨੇ ਓਬਜੈਕਸ਼ਨ ਕੀਤੀ। ਨੈਕਸਟ ਹੈ ਸੇਵਾ ਨਿਧੀ ਪੈਕੇਜ। ਸੇਵਾ ਨਿਧੀ ਪੈਕੇਜ ਜਿਹੜਾ ਆ ਇਹ ਅਗਨੀਪਥ ਸਕੀਮ ਦੇ ਨਾਲ ਆਇਆ, ਜਿਹਦੇ ਵਿੱਚ ਇਹ ਜਿਹੜਾ ਆ ਉਹ 17.5 ਤੋਂ ਲੈ ਕੇ 21 ਸਾਲ ਦੇ ਬੱਚਿਆਂ ਨੂੰ ਅਪੁਆਇੰਟ ਕਰਦੇ ਐਜ਼ ਅ ਅਗਨੀਵੀਰ, ਅਤੇ ਉਹਦੇ ਵਿੱਚੋਂ ਮਤਲਬ ਕਿ ਜਿਹੜਾ ਕੋਈ 25% ਬੱਚੇ ਹੈ ਜਿਨ੍ਹਾਂ ਨੂੰ ਮਤਲਬ ਅੱਗੇ ਕੰਟੀਨਿਊ ਕੀਤਾ ਜਾਂਦਾ ਹੈ ਫਰਦਰ 15 ਈਅਰ ਦੀ ਸਰਵਿਸ ਲਈ ਰੈਗੂਲਰ ਬੇਸਿਸ 'ਤੇ, ਅਤੇ ਬਾਕੀ ਜਿਹੜੇ 75% ਬੱਚੇ ਨੇ ਉਹਨਾਂ ਨੂੰ ਸੇਵਾ ਨਿਧੀ ਪੈਕੇਜ ਦੇ ਕੇ ਟਾਟਾ ਬਾਏ ਬਾਏ ਕਰ ਦਿੱਤਾ ਜਾਂਦਾ ਆ, ਠੀਕ ਹੈ। ਕਿ ਮਤਲਬ ਸੇਵਾ ਨਿਧੀ ਪੈਕੇਜ ਦੇ ਵਿੱਚ ਕਾਫੀ ਮਤਲਬ ਪੈਸੇ ਵਗੈਰਾ ਵੀ ਹੁੰਦੇ ਆ ਉਹਨਾਂ ਨੂੰ, ਦੈਨ ਉਸ ਤੋਂ ਬਾਅਦ ਉਹ ਆਪਣਾ ਅੱਗੇ ਪੜ੍ਹ ਵੀ ਸਕਦੇ ਆ, ਰਾਈਟ, ਜੋਬਸ ਵੀ ਲੱਭ ਸਕਦੇ ਆ। ਸੋ ਇੱਦਾਂ ਸੇਵਾ ਨਿਧੀ ਪੈਕੇਜ ਦਿੱਤਾ ਜਾਂਦਾ ਉਹਨਾਂ ਨੂੰ। ਨੈਕਸਟ ਹੈ ਡਿਫੈਂਸ ਮਿਨਿਸਟਰ ਇਨੋਗਰੇਟਿਡ 100 ਮੀਟਰ ਲੌਂਗ ਬ੍ਰਿਜ ਓਵਰ ਸਿਓਮ ਰਿਵਰ। ਸਿਓਮ ਰਿਵਰ ਜਿਹੜਾ ਆ ਇਹ ਅਰੁਣਾਚਲ ਪ੍ਰਦੇਸ਼ ਦੇ ਵਿੱਚ ਹੈ ਔਰ ਇਹ ਰਾਈਟ ਬੈਂਕ ਟ੍ਰਿਬਿਊਟਰੀ ਹੈ ਰਿਵਰ ਬ੍ਰਹਮਪੁੱਤਰਾ ਦੀ, ਠੀਕ ਹੈ। ਸੋ ਇੱਥੇ ਚਾਈਨਾ ਜਿਹੜਾ ਆ ਕਾਫੀ ਆਪਣੇ ਪ੍ਰੋਜੈਕਟਸ ਵਗੈਰਾ ਲਾਂਚ ਕਰਨ ਦੀ ਸੋਚ ਰਿਹਾ ਹਾਈਡਰੋ ਇਲੈਕਟ੍ਰੀਸਿਟੀ ਨਾਲ ਰਿਲੇਟਡ। ਹੂ ਵਾਜ਼ ਦ ਫਸਟ ਕੁਈਨ ਟੂ ਵੇਜ ਅ ਵਾਰ ਅਗੇਂਸਟ ਈਸਟ ਇੰਡੀਆ ਕੰਪਨੀ। ਸੋ ਰਾਣੀ ਵੇਲੂ ਨਾਚਿਆਰ ਜਿਹੜੇ ਆ ਇਹਨਾਂ ਨੇ ਮਤਲਬ ਹੈਦਰ ਅਲੀ ਦੇ ਨਾਲ ਰਲ ਕੇ ਜਿਹੜਾ ਆ ਇਹ ਬਣਾਈ ਸੀਗੀ ਆਪਣੀ ਅਲਾਇੰਸ, ਅਤੇ ਈਸਟ ਇੰਡੀਆ ਕੰਪਨੀ ਦੇ ਅਗੇਂਸਟ ਇਹਨਾਂ ਨੇ ਮਤਲਬ ਡਿਕਲੇਅਰ ਕੀਤਾ ਸੀਗਾ, ਠੀਕ ਹੈ। ਸੋ ਇਹਨਾਂ ਨੂੰ ਵੀਰਾਮੰਗਾਈ ਵੀ ਬੋਲਦੇ ਆ, ਅਤੇ ਵੀਰਾਮਾਗਾਈ ਸੌਰੀ ਬਰੇਵ ਜਿਹਦਾ ਮਤਲਬ ਹੁੰਦਾ ਤਮਿਲ ਲੈਂਗੁਏਜ ਦੇ ਵਿੱਚ ਬਰੇਵ ਵੂਮਨ। ਨੈਕਸਟ ਹੈ ਇੰਡੀਆ ਵਿਲ ਸਾਈਨ ਅ ਕੰਪਰੀਹੈਂਸਿਵ ਮਾਈਗ੍ਰੇਸ਼ਨ ਐਂਡ ਮੋਬਿਲਿਟੀ ਪਾਰਟਨਰਸ਼ਿਪ ਐਗਰੀਮੈਂਟ ਵਿਦ ਵਿਚ ਯੂਰੋਪੀਅਨ ਕੰਟਰੀ। ਸੋ ਆਸਟਰੀਆ ਦੇ ਨਾਲ ਇੰਡੀਆ ਜਿਹੜਾ ਆ ਕੰਪਰੀਹੈਂਸਿਵ ਮਾਈਗ੍ਰੇਸ਼ਨ ਅਤੇ ਮੋਬਿਲਿਟੀ ਪਾਰਟਨਰਸ਼ਿਪ ਪ੍ਰੋਗਰਾਮ ਜਿਹੜਾ ਲਾਂਚ ਕਰੂਗਾ, ਠੀਕ ਹੈ। ਨੈਕਸਟ ਹੈ ਹਾਊ ਮੈਨੀ ਸਟੇਟ ਯੂਟੀਜ਼ ਜੁਆਇਨ ਨੈਸ਼ਨਲ ਸਿੰਗਲ ਵਿੰਡੋ ਸਿਸਟਮ ਫॉर ਵਹੀਕਲ ਸਕ੍ਰੈਪਿੰਗ। ਸੋ ਇਹ ਤੁਹਾਨੂੰ ਪਤਾ ਰੀਸੈਂਟਲੀ ਗਵਰਨਮੈਂਟ ਦੀ ਪੋਲਿਸੀ ਆਈ ਵੀ 15 ਸਾਲ ਤੋਂ ਪੁਰਾਣਾ ਜਿਹੜਾ ਵਹੀਕਲ ਨੂੰ ਸਕ੍ਰੈਪ ਕਰ ਦਿੱਤਾ ਜਾਊਗਾ। ਸੋ ਸਕ੍ਰੈਪ ਮਤਲਬ ਸਸਟੇਨੇਬਲ ਯੂਜ਼ ਲਈ ਵੀ ਉਹਨਾਂ ਨੂੰ ਮਤਲਬ ਜਿਹੜੇ ਇੱਦਾਂ ਦੇ ਪੋਲਿਊਸ਼ਨ ਕਾਜ਼ ਕਰਨ ਵਾਲੇ ਜਿਹੜੇ ਵਹੀਕਲ ਆ ਜਾਂ ਬਹੁਤ ਪੁਰਾਣੇ ਵਹੀਕਲ ਲੋਕੀ ਲਈ ਫਿਰਦੇ ਆ, ਠੀਕ ਹੈ। ਸੋ ਉਹਨਾਂ ਨੂੰ ਜਿਹੜਾ ਆ ਦੁਬਾਰਾ ਤੋਂ ਮਤਲਬ ਉਹਨਾਂ ਨੂੰ ਤੋੜ ਫੋੜ ਕੇ ਸਕ੍ਰੈਪਿੰਗ ਕੀ ਹੁੰਦਾ ਕਿ ਮਤਲਬ ਆ ਜਿਹੜੇ ਕੀ ਇਹਨੂੰ ਕਹਿੰਦੇ ਹੁੰਦੇ ਕਬਾੜ ਦੇ ਵਿੱਚ ਸੁੱਟ ਦੇਣਾ ਉਹਨਾਂ ਚੀਜ਼ਾਂ ਨੂੰ, ਠੀਕ ਹੈ, ਅਤੇ ਉਹਨਾਂ ਦਾ ਦੁਬਾਰਾ ਫਿਰ ਆਪਾਂ ਸਸਟੇਨੇਬਲ ਯੂਜ਼ ਦੇ ਵਿੱਚ ਉਹਨਾਂ ਨੂੰ ਲਿਆ ਸਕੀਏ। ਸੋ ਇਸ ਕਰਕੇ ਸੋ ਇਹ 11 ਸਟੇਟਸ ਜਿਹੜੀਆਂ ਤੁਸੀਂ ਦੇਖ ਰਹੇ ਹੋ ਨੀਚੇ, ਗੁਜਰਾਤ, ਉੱਤਰ ਪ੍ਰਦੇਸ਼, ਕਰਨਾਟਕਾ, ਆਂਧਰਾ ਪ੍ਰਦੇਸ਼, ਉੜੀਸਾ, MP, ਰਾਜਸਥਾਨ ਵਗੈਰਾ, ਸੋ ਇਹਨਾਂ ਨੇ ਜਿਹੜਾ ਆ ਸਾਈਨ ਕੀਤਾ ਹੈ। ਨੈਸ਼ਨਲ ਸਿੰਗਲ ਵਿੰਡੋ ਸਿਸਟਮ ਜਿਹੜਾ ਆ ਫॉर ਵੋਲੰਟਰੀ ਵਹੀਕਲ ਫਲੀਟ ਮਾਡਰਨਾਈਜੇਸ਼ਨ ਪ੍ਰੋਗਰਾਮ। ਸੋ ਇਹ ਕੀ ਹੈ ਵਹੀਕਲ ਸਕ੍ਰੈਪਿੰਗ ਦਾ ਹੀ ਦੂਜਾ ਨਾਮ ਹੈ ਵਹੀਕਲ ਫਲੀਟ ਮਾਡਰਨਾਈਜੇਸ਼ਨ ਪ੍ਰੋਗਰਾਮ। ਟੂ ਅਟਰੈਕਟ ਪ੍ਰਾਈਵੇਟ ਇਨਵੈਸਟਮੈਂਟ ਇਨ ਵਹੀਕਲ ਸਕ੍ਰੈਪਿੰਗ ਇਹ ਡਿਪਾਰਟਮੈਂਟ ਫॉर ਪ੍ਰਮੋਸ਼ਨ ਆਫ ਇੰਡਸਟਰੀ ਐਂਡ ਇੰਟਰਨਲ ਟ੍ਰੇਡ ਨੇ ਲਾਂਚ ਕੀਤੀ ਸੀਗੀ। ਸੋ ਇਹ ਵੋਲੰਟਰੀ ਵਹੀਕਲ ਫਲੀਟ ਮਾਡਰਨਾਈਜੇਸ਼ਨ ਪ੍ਰੋਗਰਾਮ ਜਾਂ ਵਹੀਕਲ ਸਕ੍ਰੈਪਿੰਗ ਜਿਹੜੀ ਹੈ 1 ਅਪ੍ਰੈਲ 2022 ਤੋਂ ਹੀ ਲਾਗੂ ਹੋ ਗਿਆ ਸੀ। ਇੰਡੀਆ ਦੇ ਵਿੱਚ ਵਨ ਆਫ ਦ ਓਨਲੀ ਪੈਰਾਸਾਈਟ ਕਾਜ਼ਿੰਗ ਕਾਲਾ ਅਜ਼ਰ ਜਾਂ ਫਿਰ ਬਲੈਕ ਫੀਵਰ ਡਿਜ਼ੀਜ਼ ਜਿਹੜੀ ਹੈ ਲਿਸ਼ਮੀਨੀਆ ਡੋਨੋਵਨੀ, ਇਹ ਪੈਰਾਸਾਈਟ ਹੈ ਜਿਹੜਾ ਕਾਜ਼ ਕਰਦਾ ਆ, ਠੀਕ ਹੈ, ਜਿਹਨੂੰ ਆਪਾਂ ਸੈਂਡ ਫਲਾਈ ਵੀ ਬੋਲ ਦਿੰਦੇ ਹਾਂ। ਸੋ ਕਾਲਾ ਅਜ਼ਰ ਦਾ ਜਿਹੜਾ ਇੰਡੀਆ ਦਾ ਟਾਰਗੇਟ ਹੈ 2023 ਤੱਕ ਦਾ ਵੀ ਇਹਨੂੰ ਐਲੀਮੀਨੇਟ ਕਰਨਾ ਹੈ ਕਾਲਾ ਅਜ਼ਰ ਨੂੰ, ਰਾਈਟ। ਔਰ ਮਤਲਬ ਮੰਨਿਆ ਜਾਂਦਾ ਹੈ ਵੀ ਮਲੇਰੀਆ ਤੋਂ ਬਾਅਦ ਜਿਹੜਾ ਡੈਡਲੀ ਪੈਰਾਸਾਈਟ ਜੇ ਕੋਈ ਹੈਗਾ ਹੈ ਤਾਂ ਉਹ ਕਾਲਾ ਅਜ਼ਰ ਹੀ ਹੈ, ਕਾਲਾ ਅਜ਼ਰ ਜਿਹੜਾ ਕਾਜ਼ ਕਰਦਾ ਹੈ, ਠੀਕ ਹੈ।
ਨੈਕਸਟ ਹੈ ਸਾਈਟ। ਸੋ ਸਾਈਟ ਤੁਹਾਨੂੰ ਜਿਹੜਾ ਇੱਦਾਂ ਇੱਥੇ ਮੈਂ ਫੁੱਲ ਫਾਰਮ ਲਿਖੀ ਹੈ, ਸਟ੍ਰੈਟੇਜਿਕ ਇੰਟਰਵੈਂਸ਼ਨਸ ਫॉर ਗ੍ਰੀਨ ਹਾਈਡਰੋਜਨ ਟ੍ਰਾਂਜੀਸ਼ਨ, ਜਿਹਦੇ ਵਿੱਚ ਮਤਲਬ ਗ੍ਰੀਨ ਹਾਈਡਰੋਜਨ ਨੂੰ ਪ੍ਰਮੋਟ ਕੀਤਾ ਗਿਆ ਆ। ਸੋ ਸਾਈਟ ਪ੍ਰੋਗਰਾਮ ਤੁਹਾਨੂੰ ਉੱਦਾਂ ਹੀ ਪੁੱਛਿਆ ਜਾਊਗਾ, ਇਹਦੀ ਫੁੱਲ ਫਾਰਮ ਨਹੀਂ ਲਿਖੀ ਹੋਊਗੀ। ਸੋ ਇਹ ਲਾਂਚ ਕੀਤਾ ਗਿਆ ਸੀਗਾ ਬਾਈ ਮਿਨਿਸਟਰੀ ਆਫ ਨਿਊ ਐਂਡ ਰੀਨਿਊਏਬਲ ਐਨਰਜੀ। A recent study has found that appetite of a specific species increases with increase in global temperature। ठीक है कि मतलब कि इस स्पीशीज़ की जिहड़ी एपेटाइट की हुंदा भुख, वो जो टैंपरेचर वधदा ते इहदी भुख भी वधदी जांदी है। टर्माइट्स की हुंदी है, जिन्होंने आपां पंजाबी दे विच सियोंक बोलदे हां। ठीक है, नैक्सट है तृष्णा की है, थर्मल इंफ्रारेड इमेजिंग सैटेलाइट फॉर हाई रेजोल्यूशन नैचुरल रिसोर्सिस असैसमेंट। सो लाइन तो ही क्लीयर हो रहा है फुल फॉर्म तो ही कि जो नैचुरल रिसोर्सिस की असैसमेंट करता है वो वाली सैटेलाइट। सो ये जॉइंटली डिवेलप की सी इंडिया ते फ्रांस ने। नैक्सट है स्नैपड्रैगन सैटेलाइट। ये वर्ल्ड की पहली सैटेलाइट होएगी, वर्ल्ड फर्स्ट सैटेलाइट विद 2-वे कैपेबल मैसेजिंग सोल्यूशन होगा। ठीक है, फॉर प्रीमियम नॉट सैटेलाइट मैसेजिंग सोल्यूशन होगा, मतलब कि ये स्नैपड्रैगन सैटेलाइट्स जिहड़ियां ने, सो ये क्वालकम ते इरीडियम ने अनाउंस कीतियां है कि सैटेलाइट बेस्ड 2-वे मैसेजिंग सोल्यूशन जिहड़ा है स्नैपड्रैगन सैटेलाइट के थ्रू लॉन्च किया जाऊगा। ठीक है, नैक्सट है विच हरप्पन साइट रिसेंटली रिवील्ड डेथ रिचुअल्स ऑफ 5000 ईयर्स अगो। ठीक है, सो डेथ नाल संबंधित जिहड़े रिचुअल्स हुंदे ने ये जूना खातिया विलेज गुजरात दे विच जिहड़े आ ये डिस्कवर होए आ रिसेंटली। सो विच हरप्पन साइट प्रोवाइड एविडेंस ऑफ बुरियल्स ऑफ पेयर्स ऑफ मेल एंड फीमेल टुगैदर। ठीक है, मेल ते फीमेल नूं इकट्ठे ही दफनाया जांदा सीगा लोथल गुजरात दे विच। नैक्सट है विच इंडियन स्टेट हैज़ मैक्सिमम नंबर ऑफ रामसर साइट्स। सो इस वेले जिहड़ा टोटल इंडिया दे विच 75 रामसर साइट्स ने, जिहदे विच मैक्सिमम जिहड़ियां तमिलनाडु दे विच ने और दूसरे नंबर ते जिहड़ा यूपी दे विच ने 10। वैटलैंड इंटरनेशनल एक नॉन गवर्नमेंट ग्लोबल ऑर्गेनाइजेशन है जिहदे हैडकुआटर्स नीदरलैंड्स ने विच ने। नैक्सट है वुहान डैक्लेरेशन, जिहड़ी कॉन्फ्रेंस ऑफ पार्टी हुई सीगी 14। सो उत्थे वुहान दे विच हुई सीगी। वुहान डैक्लेरेशन इसलिए जिहड़ी है इहदे नाल रिलेटेड है कंजरवेशन ऑफ वैटलैंड्स। सो वैटलैंड्स नाल रिलेटेड ही हुई सीगी। नैक्सट है ऑल्सो नोन एज राइनो बॉन्ड। वाइल्ड कंजर्वेशन बॉन्ड इज़ अ 5-year $150 million सस्टेनेबल डेवलपमेंट बॉन्ड टू प्रोटैक्ट एंड इनक्रीज ब्लैक राइनो पॉपूलेशनस इन 2 प्रोटैक्टेड। सो मैं तुहानूं पहलां भी दस चुकी भी ब्लैक राइनो जिहड़े अफ्रीका दे विच हुंदे ने। सो साउथ अफ्रीका दे विच इह जिहड़ा राइनो बॉन्ड है कि $150 million दा 5 सालां दे विच जिहड़ी इन्वैसटमेंट लाई जाऊगी। ठीक है, इन्हों प्रोटैक्ट करने वास्ते ब्लैक राइनोस नूं, इसलिए इन्हूं राइनो बॉन्ड भी कहा जाता है या वाइल्ड लाइफ कंजरवेशन बॉन्ड भी कहा जाता है। नैक्सट है ग्लोबल एनवायरमेंट फैसिलिटी। ग्लोबल एनवायरमेंट फैसिलिटी की है, ये रियो अर्थ समिट हुई सी 1992 दे विच, उत्थे डिवेलप की गई सीगी। सो इसदा काम की है सस्टेनेबल डिवेलपमेंट के उत्ते जितना भी पैसा वगैरह फंड वगैरह दिते जाते हैं, सो ये पूल करता है। नैक्सट है इंस्टीट्यूटेड बाय मिनिस्ट्री ऑफ इलैक्ट्रॉनिक्स एंड IT अंडर द एजिस ऑफ नैशनल पोर्टल ऑफ इंडिया। डिजिटल इंडिया अवार्ड्स के विनर जिहड़े ने वो कुछ विनर्स ये ने जिहड़े दिते गए ने। ई नाम आप पहला भी कर चुके हैं, पिछली वीडियो दे विच भी इनू भी दिता गया सी डिजिटल इंडिया अवार्ड। ये अंडर नैशनल एग्रीकल्चर मार्केट जिहदे विच घट्टो घट्ट 52 जिहड़ियां APMCs ने उन्होंने इकट्ठे किया गया ऑनलाइन। ई विवेचना ऐप जिहड़ी है मध्य प्रदेश की है। ठीक है, सो ये क्राइम इन्वैसटीगेशन दे विच हैल्प करती है। सो ये स्टेट भी तुसी याद रखनी है। माइन मित्रा जिहड़ी है उत्तर प्रदेश की ऐप है फॉर ऑनलाइन अप्रूवल ऑफ माइनिंग प्लान। दुआरे सरकार जिहड़ी है वैस्ट बंगाल की है, जिहदे विच राशन वगैरह जिहड़ा लोकां नूं डोर स्टैप ते प्रोवाइड किया जाता है, होर जिहड़ियां वैलफेयर स्कीम्स दी बेनीफिट है वो डोर स्टैप दिते जाते हैं। वैस्ट बंगाल की स्कीम है। सो ऑल ऑफ दी अबव इन्हां सब नूं डिजिटल इंडिया अवार्ड मिलिया है। Launched in 1984 अर्थ रेडिएशन बजट सैटेलाइट्स। सो अर्थ रेडिएशन बजट सैटेलाइट जिहड़ी है नासा नूं बिलोंग करती है। सो एक एक्सपैरीमेंट होया सीगा जिहदे विच पता लगा सी भी ओजोन लेयर जिहड़ी है डिक्लाइन हो रही है। सो ये अर्थ रेडिएशन बजट सैटेलाइट दे थ्रू ही ये जिहड़ा मतलब डेटा कलैक्ट किया गया सीगा। ठीक है, सो काफ़ी पुरानी सैटेलाइट है। स्ट्रैटोस्फेरिक एरोसोल एंड गैस एक्सपैरीमेंट 2 SAGE 2। ठीक है, ये एक्सपैरीमेंट जिहड़ा इस सैटेलाइट दे उत्ते होया सी जिस तो पता लगा सी भी जोन लेयर डिक्लाइन हो रही है। Which electronic appliances has come under the ambit of mandatory star labeling of Bureau of Energy and
ਕਿਹੜਾ ਹੁੰਦਾ ਹੈ BEE, ਠੀਕ ਹੈ, ਮੈਨੂੰ ਫੁੱਲ ਫਾਰਮ ਭੁੱਲ ਗਈ, ਹਾਂ ਬਿਊਰੋ ਆਫ ਐਨਰਜੀ ਐਫੀਸ਼ੀਐਂਸੀ। ਸੋ ਇਹਨਾਂ ਨੇ ਮਤਲਬ ਇਹੀ ਸਟਾਰ ਲੇਬਲਿੰਗ ਦੀ ਮਤਲਬ ਕਰਦੇ ਵੀ ਕਿਹੜੀਆਂ ਇਕੁਇਪਮੈਂਟਸ ਨੂੰ ਹੋਣੀ ਚਾਹੀਦੀ ਕਿਹੜੀਆਂ ਨਹੀਂ। ਸੋ ਰੀਸੈਂਟਲੀ ਜਿਹੜੇ ਸੀਲਿੰਗ ਫੈਨ ਛੱਤ ਦੇ ਉੱਤੇ ਪੱਖੇ ਲੱਗਦੇ ਆ ਉਹਨਾਂ ਨੂੰ ਇਸ ਦੇ ਐਂਬਿਟ 'ਚ ਲਿਆਂਦਾ ਗਿਆ। ਨੈਕਸਟ ਹੈ ਫੇਮਸ ਫॉर ਇਟਸ ਹਿਊਮਰ ਐਂਡ ਸੋਸ਼ਲ ਸੈਟਾਇਰ ਓਥਨ ਥੁਲਾਲ ਜਾਂ ਥੁਲਾਲ ਕਿਹੜੀ ਹੈ, ਇਹ ਰਿਸਾਈਟ ਐਂਡ ਡਾਂਸ ਆਰਟ ਫਾਰਮ ਹੈ ਕੇਰਲਾ ਦੀ। ਸੋ ਇਟ ਵਾਜ਼ ਇੰਟਰੋਡਿਊਸਡ ਇਨ 18th century ਬਾਏ ਕੰਚਨ ਨੰਬਿਆਰ। नेक्स्ट है टू मार्क प्रवासी भारतीय दिवस इंडिया अलॉन्ग विद विच कंट्री लॉन्च्ड यंग प्रोफैशनल स्कीम। सो यंग प्रोफैशनल स्कीम इंडिया तो यूके ने लॉन्च की रिसेंटली, तुहानूं पता 17th प्रवासी भारतीय दिवस जिहड़ा है चल रहा है इंदौर दे विच, ठीक है, हुण तो खत्म हो गया चलो। सो ਇਹਦੇ तहत इंडिया तो यूके ने यंग प्रोफैशनल स्कीम ਜਿਹੜੀ लॉन्च की गई है ਜਿਹਦੇ ਵਿੱਚ कोई 3000 डिग्री होल्डर ਜਿਹੜੇ सिटीजनस ने उन्होंने परमिट दिता जाऊगा 18 ਤੋਂ 30 साल ਦੀ ਉਮਰ ਦੇ ਵਿੱਚ ਵੀ ਉਹ ਮਤਲਬ ਇੰਡੀਆ ਜਿਹੜੇ ਯੂਕੇ ਵਾਲੇ ਉਹ ਇੰਡੀਆ ਆ ਕੇ ਕੰਮ ਕਰ ਸਕਦੇ ਆ, ਇੰਡੀਆ ਵਾਲੇ ਜਿਹੜੇ ਆ ਯੂਕੇ ਜਾ ਕੇ ਕੰਮ ਕਰ ਸਕਦੇ ਆ, ਠੀਕ ਹੈ, 2 ਸਾਲਾਂ ਲਈ। ਨੈਕਸਟ ਹੈ ਵਿਚ ਇਜ਼ ਦ ਲਾਰਜੈਸਟ ਡੈਮ ਓਨਿੰਗ ਨੇਸ਼ਨ ਇਨ ਦ ਵਰਲਡ। ਸੋ USA ਦੇ ਵਿੱਚ ਸਭ ਤੋਂ ਜ਼ਿਆਦਾ ਡੈਮਸ ਨੇ, 2nd ਨੰਬਰ ਤੇ ਚਾਈਨਾ ਤੇ 3rd ਨੰਬਰ ਤੇ ਇੰਡੀਆ। ਨੈਕਸਟ ਹੈ ਗਿਨੀ ਕੋਫੀਸ਼ੀਐਂਟ ਜਿਹੜਾ ਆ ਇਹ ਸਟੈਟਿਸਟੀਕਲ ਮੇਜਰ ਹੈਗਾ ਆ ਰਿਚ ਪੂਅਰ ਇਨਕਮ ਤੇ ਵੈਲਥ ਡਿਵਾਈਡ, ਮਤਲਬ ਕਿ ਕਿੰਨੀ ਲੋਕ ਜਿਹੜੇ ਅਮੀਰ ਹੈ ਕਿੰਨੇ ਗਰੀਬ ਹੈ, ਕਿਸ ਤਰ੍ਹਾਂ ਇਨਕਮ ਜਿਹੜੀ ਹੈ ਡਿਸਟਰੀਬਿਊਟ ਹੋਈ ਹੈ। ਜਿੱਦਾਂ ਰੀਸੈਂਟਲੀ ਆਕਸਫੈਮ ਇੰਡੀਆ ਨੇ ਰਿਵੀਲ ਕੀਤਾ ਸੀਗਾ ਵੀ ਜਿਹੜੇ ਟੌਪ ਦੇ ਮਤਲਬ 1% ਅਮੀਰ ਹੈ ਉਹਨਾਂ ਕੋਲ ਜਿਹੜਾ ਪੈਸਾ ਆ ਉਹ ਜਿਹੜੇ ਬੋਟਮ ਦੇ 50% ਗਰੀਬ ਹੈ ਉਹਨਾਂ ਤੋਂ 13 ਗੁਣਾ ਜ਼ਿਆਦਾ ਪੈਸਾ ਆ, ਠੀਕ ਹੈ। ਸੋ ਇਹ ਵੈਲਥ ਡਿਵਾਈਡ ਨੂੰ ਮੇਜਰ ਕਰਦਾ ਹੈ ਗਿਨੀ ਕੋਫੀਸ਼ੀਐਂਟ ਦੀ ਰੇਂਜ ਜਿਹੜੀ ਹੈ 0 ਤੋਂ 1 ਹੁੰਦੀ ਹੈ। 0 ਤੋਂ 1 ਮਤਲਬ ਕਿ 0% ਤੋਂ ਲੈ ਕੇ 100% ਤੱਕ, ਠੀਕ ਹੈ। 1 ਜਿਹੜਾ ਆ ਉਹ ਇੰਡੀਕੇਟ ਕਰਦਾ ਹੈ 100% ਨੂੰ। ਨੈਕਸਟ ਹੈ ਮਤਲਬ ਜਿਹੜਾ ਹੁੰਦਾ ਇਹਦੇ ਵਿੱਚ 0 ਜਿਹੜਾ ਇੰਡੀਕੇਟ ਕਰਦਾ ਆ ਪਰਫੈਕਟ ਇਕੁਐਲਿਟੀ ਨੂੰ, ਠੀਕ ਹੈ, ਪਰਫੈਕਟ ਇਕੁਐਲਿਟੀ ਨੂੰ। ਅਤੇ ਜਿਹੜਾ 1 ਆ ਜਾਂ ਫਿਰ 100% ਜਿਹਨੂੰ ਆਪਾਂ ਕਹਿ ਦਿੰਦੇ ਹਾਂ ਇਹ ਕਰਦਾ ਪਰਫੈਕਟ ਇਨਇਕੁਐਲਿਟੀ ਨੂੰ, ਠੀਕ ਹੈ। ਨੈਕਸਟ ਹੈ ਵਟ ਇਜ਼ ਓਪਨ ਐਕਸੈਸ ਮੂਵਮੈਂਟ ਰੀਸੈਂਟਲੀ ਇਨ ਨਿਊਜ਼। ਓਪਨ ਐਕਸੈਸ ਕੀ ਹੈ ਵੀ ਜਿੰਨੇ ਵੀ ਡਾਕੂਮੈਂਟਸ ਜਾਂ ਪਬਲੀਕੇਸ਼ਨਸ ਨੇ ਉਹ ਫ੍ਰੀ ਆਫ ਚਾਰਜ ਔਨਲਾਈਨ ਅਵੇਲੇਬਲ ਹੋਣਗੇ, ਠੀਕ ਹੈ। ਕਾਪੀਰਾਈਟ ਲਾਇਸੈਂਸਿੰਗ ਰਿਸਟ੍ਰਿਕਸ਼ਨਸ ਵਗੈਰਾ ਉਹਨਾਂ 'ਤੇ ਨਹੀਂ ਹੋਣਗੀਆਂ। ਇਹਨੂੰ ਓਪਨ ਐਕਸੈਸ ਮੂਵਮੈਂਟ ਜਿਹੜੀ ਹੈ ਕਹੀ ਜਾਂਦੀ ਹੈ। ਇੰਡੀਆ ਹਾਲੇ ਇਹਨੂੰ ਜਿਹੜਾ ਆ ਉਹ ਕੰਸੀਡਰ ਨਹੀਂ ਕਰ ਰਿਹਾ। ਪਰਸ਼ੂਰਾਮ ਕੁੰਡ ਫੈਸਟੀਵਲ ਅਰੁਣਾਚਲ ਪ੍ਰਦੇਸ਼ ਦੇ ਵਿੱਚ ਹੁੰਦਾ ਹੈ। ਪਰਸ਼ੂਰਾਮ ਜਿਹੜੇ ਆ ਇਹ ਹੀ ਵਾਜ਼ ਸਨ ਆਫ ਸੇਜ ਜਮਦਾਗਨੀ ਸੋ ਇਹਨਾਂ ਨੂੰ ਜਿਹੜਾ ਆ ਇਹ ਮੰਨਿਆ ਜਾਂਦਾ ਕਿ ਲਾਰਡ ਵਿਸ਼ਨੂੰ ਦਾ 6ਵਾਂ ਅਵਤਾਰ ਸੀਗੇ ਲਾਰਡ ਪਰਸ਼ੂਰਾਮ। US FDA US ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਇਹਨਾਂ ਨੇ ਹੁਣੇ ਹੀ ਇੱਕ ਡਰੱਗ ਹੈਗੀ ਹੈ ਲੀਕੈਨਮੈਬ ਜਿਹਨੂੰ ਲਿਕੈਂਬੀ ਵੀ ਬੋਲਿਆ ਜਾਂਦਾ ਆ, ਇਹਨੂੰ ਅਪਰੂਵਲ ਦਿੱਤੀ ਹੈ। ਅਲਜ਼ੀਮਰ ਡਿਜ਼ੀਜ਼ ਜਿਹੜੀ ਦਿਮਾਗ ਦੀ ਡਿਜ਼ੀਜ਼ ਹੈ, ਠੀਕ ਹੈ। ਸੋ ਇਹਦੇ ਇੰਪੈਕਟ ਨੂੰ ਸਲੋ ਡਾਊਨ ਕਰਦਾ। ਐਮ ਸੈਂਡ ਨਿਊਜ਼ ਦੇ ਵਿੱਚ ਸੀਗਾ। ਐਮ ਸੈਂਡ ਜਿਹੜੀ ਆ ਇਹਦਾ ਮਤਲਬ ਹੁੰਦਾ ਫੁੱਲ ਫਾਰਮ ਹੈਗੀ ਹੈ ਮੈਨੂਫੈਕਚਰ ਸੈਂਡ। ਇਹ ਆਰਟੀਫਿਸ਼ਲ ਸੈਂਡ ਹੈ ਜਿਹੜੇ ਮਤਲਬ ਜਿੱਦਾਂ ਮੋਟੀ ਬਜਰੀ ਤੋਂ ਰੋੜਿਆਂ ਤੋਂ ਜਿਹੜੀ ਹੈ ਬਣਾਈ ਜਾਂਦੀ ਹੈ ਕ੍ਰਸ਼ ਕਰਕੇ ਬਿਲਕੁਲ ਬਰੀਕ, ਠੀਕ ਹੈ। ਨੈਕਸਟ ਹੈਗੀ ਹੈ ਪਾਲੋਮਾਰ ਆਬਜ਼ਰਵੇਟਰੀ ਵਿਚ ਰੀਸੈਂਟਲੀ ਅਬਜ਼ਰਵਡ ਸੀ ਬਾਈ 2022 E3 ZTF ਕੋਮੇਟ। ਸੋ ਇਹ ਕੋਮੇਟ ਜਿਹੜਾ ਆ ਇਹ ਮਤਲਬ 50,000 ਸਾਲ ਬਾਅਦ ਪਹਿਲੀ ਵਾਰੀ ਜਿਹੜਾ ਆ ਅਬਜ਼ਰਵ ਕੀਤਾ ਗਿਆ ਆ, ਠੀਕ ਹੈ। ਇਹ US ਦੀ ਅਬਜ਼ਰਵੇਟਰੀ ਹੈ। ਕੋਮੇਟਸ ਕੀ ਹੁੰਦੇ ਨੇ ਇਹ ਮਤਲਬ ਦੀਜ਼ ਆਰ ਫਰੋਜ਼ਨ ਲੈਫਟ ਓਵਰਸ ਫਰੋਮ ਫਾਰਮੇਸ਼ਨ ਆਫ ਸੋਲਰ ਸਿਸਟਮ। ਜਦੋਂ ਸੋਲਰ ਸਿਸਟਮ ਬਣਿਆ ਸੀ ਕੋਈ 4.6 ਬਿਲੀਅਨ ਈਅਰਸ ਅਗੋ, ਸੋ ਉਸ ਤੋਂ ਹੀ ਇਹ ਮਤਲਬ ਲੈਫਟ ਓਵਰ ਮਾਸਿਸ ਜਿਹੜੇ ਆਪਾਂ ਇਹਨੂੰ ਕਹਿ ਸਕਦੇ ਹਾਂ ਇਹ ਡਸਟ ਰੌਕ ਅਤੇ ਆਈਸਿਸ ਦੇ ਬਣੇ ਹੁੰਦੇ ਨੇ ਕੋਮੇਟਸ ਜਿਹੜੇ ਨੇ, ਠੀਕ ਹੈ। ਨੈਕਸਟ ਹੈ ਇਸ਼ੂ ਟਵਾਈਸ ਅ ਈਅਰ ਗਲੋਬਲ ਇਕਨੋਮਿਕ ਪ੍ਰੋਸਪੈਕਟਸ। ਇਹ ਫਲੈਗਸ਼ਿਪ ਰਿਪੋਰਟ ਹੈਗੀ ਹੈ ਵਰਲਡ ਬੈਂਕ ਦੀ ਜਿਹਦੇ ਤਹਿਤ ਰੀਸੈਂਟਲੀ ਇੰਡੀਆ ਜਿਹੜਾ ਆ ਉਹ 2023 ਫਿਸਕਲ ਈਅਰ ਦੇ ਵਿੱਚ ਉਹਦੀ ਗਰੋਥ ਜਿਹੜੀ ਹੈ 6.6% ਰਹੇਗੀ। ਗਲੋਬਲ ਰਿਸਕ ਰਿਪੋਰਟ ਜਿਹੜੀ ਹੈ ਵਰਲਡ ਇਕਨੋਮਿਕ ਫੋਰਮ ਜਿਹੜੀ ਆ ਉਹ ਰਿਲੀਜ਼ ਕਰਦਾ। ਵਰਲਡ ਇਕਨੋਮਿਕ ਫੋਰਮ 1971 ਦੇ ਵਿੱਚ ਇਸਟੈਬਲਿਸ਼ ਹੋਈ ਸੀ ਐਜ਼ ਅ ਨਾਟ ਫॉर ਪ੍ਰੋਫਿਟ ਫਾਊਂਡੇਸ਼ਨ। ਇਹਦੇ ਹੈੱਡਕੁਆਰਟਰਸ ਜੈਨੇਵਾ ਸਵਿਟਜ਼ਰਲੈਂਡ ਦੇ ਵਿੱਚ ਨੇ। ਲੋਕੁਰ ਕਮੇਟੀ 1965 ਇਹ ਹੈਗੀ ਹੈ ਰੀਸੈਂਟਲੀ ਨਿਊਜ਼ ਦੇ ਵਿੱਚ ਸੀਗੀ। ਰਿਵੀਜ਼ਨ ਆਫ ਲਿਸਟ ਆਫ ਐਸਿਜ਼ ਐਂਡ ਐਸਟੀਜ਼ ਦੇ ਨਾਲ ਰਿਲੇਟਡ ਹੈ।
ਵਟ ਆਰ ਕੈਡੈਸਟਰਲ ਮੈਪਸ ਰੀਸੈਂਟਲੀ ਇਨ ਨਿਊਜ਼। ਕੈਡੈਸਟਰਲ ਮੈਪਸ ਜਿਹੜੇ ਆ ਇਹ ਲੈਂਡ ਰਿਕਾਰਡ ਦੇ ਮਤਲਬ ਇੱਕ ਤਰ੍ਹਾਂ ਦਾ ਡਿਜੀਟਲ ਫਾਰਮ ਦੇ ਵਿੱਚ ਹੈ, ਜਿਹੜੀ ਸਵਾਮਿਤਵ ਸਕੀਮ ਆਈ ਹੈ, ਸਵਾਮਿਤਵ ਸਕੀਮ, ਠੀਕ ਹੈ। ਸੋ ਮਿਨਿਸਟਰੀ ਆਫ ਪੰਚਾਇਤੀ ਰਾਜ ਦੀ ਇਹ ਸਕੀਮ ਹੈ, ਜਿਹਦੇ ਤਹਿਤ ਤੁਹਾਨੂੰ ਪਤਾ ਹੈ ਆਨਲਾਈਨ ਨੰਬਰਸ ਜਿਹੜੇ ਆ ਲੈਂਡਸ ਦੇ ਲੋਕਾਂ ਨੂੰ ਜਿਹੜੇ ਆ ਡਿਸਟਰੀਬਿਊਟ ਕੀਤੇ ਗਏ ਸੀਗੇ। ਸੋ ਇਹ ਡਿਜੀਟਲ ਫਾਰਮ ਆਫ ਲੈਂਡ ਰਿਕਾਰਡ ਜਿਹੜਾ ਕੈਡੈਸਟਰਲ ਮੈਪਸ ਵੀ ਇਹਨੂੰ ਆਪਾਂ ਬੋਲਦੇ ਹਾਂ। ਸੋ ਇਹਦੀ ਇਹ ਵਰਡ ਜਿਹੜੇ ਇਹਦੇ ਵਿੱਚ ਸਵਾਮਿਤਵ ਸਕੀਮ ਦੇ ਵਿੱਚ ਯੂਜ਼ ਹੋਏ ਸੀਗੇ ਬਾਰ-ਬਾਰ। ਰਾਮ ਸੇਤੂ ਇਜ਼ ਅ ਚੇਨ ਆਫ, ਰਾਮ ਸੇਤੂ ਤੁਹਾਨੂੰ ਪਤਾ ਹੈ ਕਨੈਕਟ ਕਰਦਾ ਇੰਡੀਆ ਅਤੇ ਸ਼੍ਰੀਲੰਕਾ ਨੂੰ। ਸੋ ਤਮਿਲਨਾਡੂ ਅਤੇ ਸ਼੍ਰੀਲੰਕਾ ਦੇ ਵਿੱਚ ਜਿਹੜਾ ਪੁੱਲ ਪੈਂਦਾ ਉਹਨੂੰ ਆਪਾਂ ਰਾਮ ਸੇਤੂ ਕਹਿ ਦਿੰਦੇ ਹਾਂ। ਦਾ ਅਨਦਰ ਨਾਮ ਜਿਹੜਾ ਆ ਉਹ ਹੈਗਾ ਐਡਮਸ ਬ੍ਰਿਜ। ਨੈਕਸਟ ਹੈ ਮਤਸਿਆ 6000। ਮਤਸਿਆ 6000 ਦੇ ਵਿੱਚ ਕੀ ਹੈ ਕਿ ਇਹਦੇ ਵਿੱਚ 3 ਪਰਸਨਸ ਜਿਹੜੇ ਉਹਨਾਂ ਨੂੰ ਭੇਜਿਆ ਜਾਊਗਾ ਅਰਾਊਂਡ 6000 ਮੀਟਰ ਓਸ਼ਨ ਦੇ ਵਿੱਚ ਡੀਪ ਅੰਡਰ ਡੀਪ ਸੀ ਰਿਸੋਰਸਿਸ ਨੂੰ ਜਿਹੜਾ ਆ ਐਕਸਪਲੋਰ ਕਰਨ ਵਾਸਤੇ। ਇਹ ਡੀਪ ਓਸ਼ਨ ਮਿਸ਼ਨ ਇੰਡੀਆ ਦਾ ਆਇਆ ਸੀਗਾ। ਸੋ ਉਹਦੇ ਤਹਿਤ ਹੀ ਇਹਨੂੰ ਲਾਂਚ ਕੀਤਾ ਗਿਆ ਆ ਅੰਡਰ ਮਿਸ਼ਨ ਸਮੁੰਦਰੀਆਨ, ਇਹਨੂੰ ਆਪਾਂ ਕਹਿ ਦਿੰਦੇ ਹਾਂ ਮਿਨਿਸਟਰੀ ਆਫ ਅਰਥ ਸਾਇੰਸਿਸ ਦਾ। ਸੋ ਮਤਸਿਆ 6000 ਇੱਕ ਸੈਲਫ ਪ੍ਰੋਪੈਲਡ ਮੈਂਡ ਸਬਮਰਸੀਬਲ ਹੋਊਗਾ। ਮੈਂਡ ਇਸ ਲਈ ਕਿਉਂਕਿ ਇਹਦੇ ਵਿੱਚ 3 ਜਿਹੜੇ ਆ ਉਹਨਾਂ ਨੂੰ ਭੇਜਿਆ ਜਾਊਗਾ ਬੰਦਿਆਂ ਨੂੰ, ਠੀਕ ਹੈ, ਸਾਇੰਟਿਸਟ ਵਗੈਰਾ ਨੂੰ। ਸੋ ਇਟ ਵਾਜ਼ ਡਿਵੈਲਪਡ ਬਾਈ ਨੈਸ਼ਨਲ ਇੰਸਟੀਟਿਊਟ ਆਫ ਓਸ਼ਨ ਟੈਕਨੋਲੋਜੀ ਚੇਨਈ। Next, for the first time, FSSAI, Food Safety and Standard Authority of India, has specific identity standards for which food articles. So, ਇਹ ਬਾਸਮਤੀ ਰਾਈਸ ਜਿਹੜੇ ਹੈ ਤੁਹਾਨੂੰ ਪਤਾ ਇੰਡੀਆ ਦੇ ਵਿੱਚ ਨਾਰਥ ਰੀਜਨ ਦੇ ਵਿੱਚ ਬਾਸਮਤੀ ਰਾਈਸ ਜਿਹੜੇ ਇਹਨਾਂ ਨੂੰ GI ਟੈਗ ਵੀ ਮਿਲਿਆ ਹੋਇਆ, ਔਰ ਕੁਛ ਕੁ ਜਿਹੜੇ ਬਾਸਮਤੀ ਰਾਈਸ ਨੇ ਉਹ ਪਾਕਿਸਤਾਨ ਦੇ ਵਿੱਚ ਵੀ ਮਤਲਬ ਨਾਲ ਹੀ ਜਿਹੜੇ ਇੰਡੀਆ ਦੇ ਬਾਰਡਰਿੰਗ ਲੱਗਦੇ ਆ, ਉੱਥੇ ਵੀ ਪਾਕਿਸਤਾਨ ਦੀਆਂ ਜਿਹੜੀਆਂ ਮਤਲਬ ਡਿਸਟ੍ਰਿਕਟਸ ਨੇ ਉਹਦੇ ਵਿੱਚ ਉਗਾਏ ਜਾਂਦੇ ਆ। ਸੋ ਇਹ GI ਟੈਗਡ ਨੇ, ਇਹਨਾਂ ਦੀ ਜਿਹੜੀ ਫਰੈਗਰੈਂਸ ਹੈ ਉਹ ਅਲੱਗ ਹੀ ਹੁੰਦੀ ਹੈ। ਸੋ ਰੀਸੈਂਟਲੀ ਇਹਨੂੰ FSSAI ਵੱਲੋਂ ਸਪੈਸੀਫਿਕ ਆਇਡੈਂਟੀਟੀ ਸਟੈਂਡਰਡਸ ਜਿਹੜੇ ਦਿੱਤੇ ਗਏ ਆ। ਵਾਈਟ ਟਫਟ ਰਾਇਲ ਬਟਰਫਲਾਈ ਇਹ ਰੇਅਰ ਬਟਰਫਲਾਈ ਸਪੀਸ਼ੀਜ਼ ਹੈ। ਰੀਸੈਂਟਲੀ ਕਾਲੀਆੜ ਕੇਰਲਾ ਦੇ ਵਿੱਚ ਇਹਨੂੰ ਸਪੌਟ ਕੀਤਾ ਗਿਆ ਆ। ਨੈਕਸਟ, ਐਜ਼ ਪਰ ਰੀਸੈਂਟ ਰਿਪੋਰਟ ਬਾਈ ਸੈਂਟਰਲ ਗਰਾਊਂਡ ਵਾਟਰ ਬੋਰਡ, ਸਭ ਤੋਂ ਜ਼ਿਆਦਾ ਯੂਰੇਨੀਅਮ ਜਿਹੜਾ ਆ ਉਹ ਪਾਇਆ ਗਿਆ ਹੈ ਪੰਜਾਬ ਦੇ ਗਰਾਊਂਡ ਵਾਟਰਸ ਦੇ ਵਿੱਚ, ਠੀਕ ਹੈ, ਜਿਹੜੀ ਕਿ ਕਾਫੀ ਸੋਚਣ ਵਾਲੀ ਗੱਲ ਆ। ਨੈਕਸਟ ਹੈ ਅਫਰੀਕਨ ਲੈਂਡਲੌਕਡ ਕੰਟਰੀ which has recently declared end to deadly Ebola virus. So Uganda ਜਿਹੜੀ ਇਹਨੇ ਡਿਕਲੇਅਰ ਕੀਤਾ ਹੈ। ਯੂਗਾਂਡਾ ਜਿਹੜੀ ਵਰਲਡ ਦੀ ਸੈਕਿੰਡ ਲਾਰਜੈਸਟ ਲੈਂਡਲੌਕਡ ਕੰਟਰੀ ਵੀ ਹੈ। ਨੈਕਸਟ ਹੈ ਮੈਲੇਗਾਮ ਕਮੇਟੀ 2011 ਦੇ ਵਿੱਚ ਆਈ ਸੀ। ਇਹ ਮਾਈਕਰੋ ਫਾਈਨਾਂਸ ਨਾਲ ਰਿਲੇਟਿਡ ਹੈ। ਮਾਈਕਰੋ ਫਾਈਨਾਂਸ ਕੀ ਹੁੰਦਾ? ਛੋਟਾ ਮੋਟਾ ਮਤਲਬ ਫਾਈਨਾਂਸ ਜਿੱਦਾਂ ਆਪਾਂ ਲੋਕਾਂ ਨੂੰ ਦੇ ਦਿੰਦੇ ਹਾਂ, ਲੋਕਾਂ ਦੀਆਂ ਘਰਾਂ ਦੀਆਂ ਛੋਟੀਆਂ ਮੋਟੀਆਂ ਜ਼ਰੂਰਤਾਂ ਨੂੰ ਪੂਰਾ ਕਰਦਾ ਹੋਇਆ, ਠੀਕ ਹੈ, 50,000 ਲੱਖ ਤੱਕ ਦਾ ਜਿਵੇਂ ਕਹਿ ਲਓ। ਸੋ ਮੈਲੇਗਾਮ ਕਮੇਟੀ ਜਿਹੜੀ ਮਾਈਕਰੋ ਫਾਈਨਾਂਸ ਨਾਲ ਰਿਲੇਟਿਡ ਸੀਗੀ। Bombay Natural History Society एक नॉन गवर्नमेंट ऑर्गेनाइजेशन है, engaged in conservation of biodiversity research, it was formed in 1883, ठीक है। नेक्स्ट है वर्ल्ड सोशल रिपोर्ट 2023 लीविंग नो वन बिहाइंड इन एन एजिंग वर्ल्ड इज रिलीज्ड बाय UN इकोनॉमिक एंड सोशल काउंसिल। ਮੈਡਰਿਡ ਇੰਟਰਨੈਸ਼ਨਲ ਪਲਾਨ ਆਫ ਐਕਸ਼ਨ ਇਹ 2002 ਦੇ ਵਿੱਚ ਅਡੋਪਟ ਕੀਤਾ ਗਿਆ ਸੀ। ਇਟ ਇਜ਼ ਰਿਲੇਟਿੰਗ ਟੂ ਏਜਿੰਗ, ਠੀਕ ਹੈ। ਇਹਦੇ ਵਿੱਚ ਮਤਲਬ ਕਿਹਾ ਗਿਆ ਜਿਹੜਾ ਮਤਲਬ ਰਿਪੋਰਟ ਆਈ ਹੈ ਵੀ ਆਉਣ ਵਾਲੇ ਟਾਈਮ ਦੇ ਵਿੱਚ ਜਿਹੜੇ 65 ਇਅਰਸ ਅਬਵ ਜਿਹੜੇ ਮਤਲਬ ਹੋਣਗੇ ਲੋਕ ਏਜ ਦੇ, ਉਹ ਕਾਫੀ ਜ਼ਿਆਦਾ ਉਹਨਾਂ ਦੀ ਪੋਪੂਲੇਸ਼ਨ ਜ਼ਿਆਦਾ ਹੋਊਗੀ, ਠੀਕ ਹੈ। ਨੈਕਸਟ ਹੈ ਵਿਚ ਇੰਸਟੀਟਿਊਸ਼ਨ ਹੈਜ਼ ਰੀਸੈਂਟਲੀ ਰਿਪਲੇਸਡ ਬੈਂਕ ਬੋਰਡਸ ਬਿਊਰੋ। ਸੋ ਜਿੰਨੇ ਵੀ ਬੈਂਕਸ ਦੇ MD CEO ਵਗੈਰਾ ਅਪੁਆਇੰਟ ਹੁੰਦੇ ਆ, ਬੈਂਕ ਬੋਰਡ ਬਿਊਰੋ ਦਾ ਹੀ ਕੰਮ ਆ, ਜਾਂ ਹੋਰ ਵੀ ਜਿਹੜੇ ਪਰਸਨਲ ਅਪੁਆਇੰਟ ਹੁੰਦੇ ਆ ਬੈਂਕਸ ਦੇ। ਸੋ ਇਹਨੂੰ ਰਿਪਲੇਸ ਕੀਤਾ ਰੀਸੈਂਟਲੀ ਫਾਈਨੈਂਸ਼ੀਅਲ ਸਰਵਿਸਿਜ਼ ਇੰਸਟੀਟਿਊਸ਼ਨਲ ਬੋਰਡ ਨੇ। ਸੋ ਨੈਕਸਟ ਹੈਗਾ ਵਿਚ ਹੈਜ਼ ਰੀਸੈਂਟਲੀ ਬਿਕਮ ਇੰਡੀਆਜ਼ ਫਸਟ ਕੌਨਸਟੀਟਿਊਸ਼ਨ ਲਿਟਰੇਟਸ ਡਿਸਟ੍ਰਿਕਟ। ਸੋ ਕੋਲਮ ਕੇਰਲਾ ਜਿਹੜੇ ਕਾਫੀ ਇੰਪੋਰਟੈਂਟ ਕੁਐਸਚਨ ਜੇ, ਠੀਕ ਹੈ। ਇੰਡੀਆ ਦਾ ਪਹਿਲਾ ਕੌਨਸਟੀਟਿਊਸ਼ਨ ਲਿਟਰੇਟ ਡਿਸਟ੍ਰਿਕਟ ਬਣਿਆ ਆ, ਜਿਹਨੂੰ ਸੰਵਿਧਾਨ ਦੇ ਬਾਰੇ ਮਤਲਬ ਪੂਰਾ ਤਰ੍ਹਾਂ ਦਾ ਜਿਹੜਾ ਆ ਮਤਲਬ ਪਤਾ ਆ, ਪੂਰਾ ਨਹੀਂ ਕਹਿ ਲਓ, ਮਤਲਬ ਹਰ ਕਿਸੇ ਬੰਦੇ ਨੂੰ ਕੁਛ ਨਾ ਕੁਛ ਜਿਹੜਾ ਪਤਾ ਆ, ਠੀਕ ਹੈ। ਵਿਚ ਇਜ਼ ਲਾਰਜੈਸਟ ਪ੍ਰੋਸੈਸਡ ਕੈਸ਼ਿਊ ਐਕਸਪੋਰਟਰ ਇਨ ਇੰਡੀਆ। ਸੋ ਕੋਲਮ ਕੇਰਲਾ, ਇਹਦੇ ਨਾਲ ਕੈਸ਼ਿਊ ਸਟੇਟ ਵੈਸੇ ਵੀ ਕੇਰਲਾ ਨੂੰ ਕਿਹਾ ਜਾਂਦਾ ਹੈ, ਤਾਂ ਲਾਰਜੈਸਟ ਪ੍ਰੋਸੈਸਡ ਕੈਸ਼ਿਊ ਐਕਸਪੋਰਟ ਜਿਹੜਾ ਇੱਥੋਂ ਕੀਤਾ ਜਾਂਦਾ ਆ ਕੋਲਮ ਕੇਰਲਾ ਤੋਂ। ਇਸਰੋ ਦਾ ਵੀਨਸ ਮਿਸ਼ਨ ਮਤਲਬ ਵੀਨਸ ਨੂੰ ਜਿਹੜਾ ਟਾਰਗੇਟ ਕਰੇਗਾ ਸ਼ੁਕਰੀਆਨ 1, ਇਹਨੂੰ ਰੀਸੈਂਟਲੀ 2024 ਤੋਂ 2031 ਤੇ ਸ਼ਿਫਟ ਕੀਤਾ ਗਿਆ ਆ। 2031 ਤੇ ਇਸ ਲਈ ਸ਼ਿਫਟ ਕੀਤਾ ਗਿਆ ਹੈ ਕਿ ਉਦੋਂ ਇਹਦੀ ਜਿਹੜੀ ਪੋਜੀਸ਼ਨ ਹੋਏਗੀ ਉਹ ਬਹੁਤ ਹੀ ਜ਼ਿਆਦਾ ਨੀਅਰ ਟੂ ਅਰਥ ਹੋਏਗੀ, ਠੀਕ ਹੈ। ਸੋ ਇਹਦੇ ਵਿੱਚ ਜਿਹੜਾ ਪ੍ਰੋਪੈਲੈਂਟ ਹੈ ਉਹ ਕਾਫੀ ਘੱਟ ਲੱਗੂਗਾ ਕਿ ਅਰਥ ਦੀ ਔਰਬਿਟ ਚੋਂ ਵੀਨਸ ਦੀ ਔਰਬਿਟ ਦੇ ਵਿੱਚ ਐਂਟਰ ਹੋਣ ਵਾਸਤੇ।
राइट। सो इस करके इनू जिहड़ा 2031 तक शिफ्ट किया गया है। सो ये कुछ फैक्ट्स ने वीनस के बारे, इनू क्वेश्चन फॉर्म दे विच मैं पाया ताकि तुहानूं याद रखे। इनू अर्थ ट्विन भी बोलिया जाता है। अर्थ ट्विन इसलिए बोलिया जाता है वीनस नूं कि ऑलमोस्ट अर्थ ते वीनस का जिहड़ा साइज़, डेंसिटी, ग्रैविटी सेम है। ਇਹਦਾ ਜਿਹੜਾ ਮਤਲਬ ਟੈਂਪਰੇਚਰ ਆ 850 ਡਿਗਰੀ ਫਾਰਨਹਾਈਟ ਹੈ। ਇਸ ਕਰਕੇ ਸੋਲਰ ਸਿਸਟਮ ਦਾ ਸਭ ਤੋਂ ਜ਼ਿਆਦਾ ਹੌਟੈਸਟ ਪਲੈਨਟ ਇਹਨੂੰ ਬੋਲਿਆ ਜਾਂਦਾ ਆ। ਦੂਸਰਾ, ਇਹ ਆਪਣੀ ਐਕਸਿਸ ਦੇ ਬੈਕਵਰਡ ਰੋਟੇਟ ਕਰਦਾ ਆ, ਠੀਕ ਹੈ, ਜਿਵੇਂ ਕਿ ਬਾਕੀ ਪਲੈਨਟਸ ਨਹੀਂ ਕਰਦੇ, ਠੀਕ ਹੈ। ਸੋ ਇਸ ਕਰਕੇ ਇਹ ਤਿੰਨੇ ਹੀ ਪੁਆਇੰਟਸ ਤੁਸੀਂ ਯਾਦ ਰੱਖਣੇ ਆ। ਨੈਕਸਟ ਹੈ ਮੇਵਨ। ਮੇਵਨ ਕੀ ਹੈ? ਇਹ ਮਾਰਸ ਦਾ ਮਿਸ਼ਨ ਹੈ। ਮਾਰਸ ਐਟਮੋਸਫੇਅਰ ਐਂਡ ਵੋਲੇਟਾਈਲ ਐਵੋਲੂਸ਼ਨ ਸਪੇਸਕ੍ਰਾਫਟ ਨਾਸਾ ਨੂੰ ਬਿਲੋਂਗ ਕਰਦਾ ਹੈ। ਵੀਨਸ ਦਾ ਐਟਮੋਸਫੇਅਰ ਜਿਹੜਾ ਇੱਥੇ ਮੰਨਿਆ ਜਾਂਦਾ ਲਾਈਫ ਕਦੀ ਵੀ ਐਗਜ਼ਿਸਟ ਨਹੀਂ ਕਰ ਸਕਦੀ, ਕਿਉਂਕਿ ਇੱਥੇ ਸਲਫਿਊਰਿਕ ਐਸਿਡ ਬਹੁਤ ਹੀ ਜ਼ਿਆਦਾ ਮਾਤਰਾ ਦੇ ਵਿੱਚ ਹੈ। ਹਾਈਲੀ ਟੌਕਸਿਕ ਜਿਹੜੀ ਐਸਿਡ ਇੱਥੇ ਪਾਇਆ ਜਾਂਦਾ ਹੈ। ਸੋ ਇਹ ਕੁਛ ਕੰਟਰੀਜ਼ ਦੇ ਜਿਹੜੇ ਹੈ ਮਿਸ਼ਨ ਹੈਗੇ ਆ ਵੀਨਸ ਨੂੰ। ਸੋ ਇਹ ਵੀ ਤੁਸੀਂ ਯਾਦ ਰੱਖਣੇ ਆ। ਵਿਨੇਰਾ ਪ੍ਰੋਗਰਾਮ ਜਿਹੜਾ ਰਸ਼ੀਆ ਦਾ ਆ, ਆਕਤਸੂਕੀ ਜਿਹੜਾ ਆ ਜਾਪਾਨ ਦਾ ਹੈ, ਐਨਵਿਜ਼ਨ ਮਿਸ਼ਨ ਜਿਹੜਾ ਆ ਯੂਰਪ ਦਾ ਆ। ਇਸ ਤੋਂ ਇਲਾਵਾ ਚਲੋ बाकी खत्म हो गया। नैक्सट पार्ट दे विच करांगे, थोड़ा मैनूं लगदा इन्ना रिलेटेड क्वेश्चन सीगा, वो अगले पार्ट च चल गया। चलो नैक्सट उहदे विच डिस्कस करांगे आपां, ठीक है। सो ये सीगा फर्स्ट पार्ट 3rd वीक जनवरी का 2023 का। थैंक यू वेरी मच।